बिस्मिल्लाहिर्रहमानिर्रहीम। दोस्तों, ਤੁਸੀਂ सुन रहे हो और देख रहे हो FM 95 पंजाब रंग और मैं ਤੁਹਾਡਾ मेज़बान ज़ुल्फ़िकार आज़ाद। और ਅੱਜ प्रोग्राम ਦੀ जो तफसील है, जो अंदाज़ है, थोड़ा ਜਿਹਾ डिफरेंट होएगा क्योंकि ਅੱਜ ओनली सिर्फ और सिर्फ ਅਸੀਂ शायरी ਤੇ ਗੱਲ ਕਰਾਂਗੇ, ਸ਼ਾਇਰਾਂ ਤੇ ਗੱਲ ਕਰਾਂਗੇ। ਔਰ ਅਗਰ ਸ਼ਾਇਰਾਂ ਦਾ ਨਾਮ ਅਸੀਂ ਲਈਏ ਤੇ ਸਾਨੂੰ ਬੜੇ ਬੜੇ ਵੱਡੇ ਵੱਡੇ ਸ਼ਾਇਰਾਂ ਦੇ ਨਾਮ ਜਿਹੜੀ ਸ਼ਾਇਦ ਸਾਡੀ ਯੂਥ ਨਿਊ ਯੰਗ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਇੰਨਾ ਪਤਾ ਨਹੀਂ। ਤੇ ਸਾਡਾ FM ਚੈਨਲ ਪੰਜਾਬ ਰੰਗ ਔਰ ਜਿੰਨੇ ਵੀ ਅੱਜ ਦੀ ਤੁਸੀਂ ਦੇਖੋਗੇ, ਨਿਊਜ਼ਪੇਪਰ ਦੇਖੋਗੇ, TV ਚੈਨਲਾਂ 'ਤੇ ਦੇਖੋਗੇ ਤੇ ਇੱਕ ਨਾਮ, ਇੱਕ ਪਾਕਿਸਤਾਨ ਦਾ ਬੜਾ ਵੱਡਾ ਸ਼ਾਇਰ, ਇੱਕ ਬੜਾ ਵੱਡਾ ਸਾਫੀ, ਇੱਕ ਬੜਾ ਵੱਡਾ ਯਾਨੀ ਕਿ ਪਾਕ ਫੌਜ 'ਚ ਉਹਨਾਂ ਨੇ ਯਾਨੀ ਕਿ ਬਹੁਤ ਸਾਰਾ ਕੰਮ ਕੀਤਾ। ਉਹਨਾਂ ਦੀ ਤਫਸੀਲ ਮੈਂ ਤੁਹਾਨੂੰ ਦੱਸਾਂਗਾ। ਬਹੁਤ ਸਾਰੇ ਲੋਕ ਤੇ ਵਾਕਿਫ ਨੇ ਔਰ ਜਾਣਦੇ ਨੇ, ਲੇਕਿਨ ਮੈਂ ਸਪੈਸ਼ਲੀ ਜਿਹੜਾ ਅੱਜ ਦਾ ਪ੍ਰੋਗਰਾਮ ਕਰ ਰਿਹਾ ਸੀ ਇਹਦੇ 'ਤੇ ਗੱਲ ਅਸੀਂ ਕਰਾਂਗੇ ਪਾਕਿਸਤਾਨ ਦੇ ਨਾਮਵਰ ਤੇ ਵੱਡੇ ਸ਼ਾਇਰ ਤੇ ਚੁਗਵੇਂ ਸ਼ਾਇਰ ਫੈਜ਼ ਅਹਿਮਦ ਫੈਜ਼ ਸਾਹਿਬ। ਉਹਨਾਂ ਦੇ ਨਾਮ ਤੋਂ ਕੌਣ ਨਹੀਂ ਵਾਕਿਫ? ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਹਰ ਪੂਰੀ ਦੁਨੀਆ 'ਚ ਫੈਜ਼ ਅਹਿਮਦ ਫੈਜ਼ ਸਾਹਿਬ ਨੂੰ ਜਾਣਿਆ ਜਾਂਦਾ ਹੈ। ਔਰ ਇਹ ਪਾਕਿਸਤਾਨ ਲਈ, ਸਾਡੀ ਇਸ ਧਰਤੀ ਲਈ ਬੜੀ ਵੱਡੀ ਗੱਲ ਹੈ। ਔਰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਾਂਗਾ, ਲੇਕਿਨ ਮੈਂ ਥੋੜ੍ਹਾ ਜਿਹਾ ਡਿਫਰੈਂਟ ਆਮ ਯਾਨੀ ਕਿ ਹਰ ਇਨਸਾਨ ਦਾ ਇੱਕ ਆਪਣਾ ਸਟਾਈਲ ਹੁੰਦਾ, ਆਪਣਾ ਤਰੀਕੇਕਾਰ ਹੁੰਦਾ। ਮੈਂ ਤੁਹਾਨੂੰ ਸ਼ਾਇਰਾਂ ਦੇ ਬਾਰੇ ਔਰ ਫੈਜ਼ ਅਹਿਮਦ ਫੈਜ਼ ਸਾਹਿਬ ਦੇ ਖਸੂਸੀਅਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਬਾਰੇ ਤਾਂ ਤੁਹਾਨੂੰ ਦੱਸਾਂਗਾ, ਨਾਲ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਸ਼ਾਇਰੀ ਦੀ ਡੈਫੀਨੇਸ਼ਨ ਕੀ ਹੈ, ਸ਼ਾਇਰ ਤੇ ਇੱਕ ਆਮ ਇਨਸਾਨ ਵਿੱਚ ਕੀ ਫ਼ਰਕ ਹੈ। ਕਿਉਂਕਿ ਸਾਡੇ ਮਾਸ਼ਰੇ ਦੇ ਵਿੱਚ ਮੈਂ ਅਕਸਰ ਦੇਖੇ ਨੇ, ਅਕਸਰ ਅਬਜ਼ਰਵ ਕੀਤਾ ਹੈ ਕਿ ਬਹੁਤ ਸਾਰੇ ਸਾਡੇ ਆਰਟਿਸਟ, ਬਹੁਤ ਸਾਰੇ ਫਨਕਾਰ, ਬਹੁਤ ਸਾਰੇ ਸ਼ਾਇਰ ਅਕਸਰ ਔਕਾਤ ਸਾਨੂੰ ਉਦੋਂ ਉਹਨਾਂ ਦੀ ਕਦਰ ਹੁੰਦੀ ਹੈ ਜਦੋਂ ਇਸ ਦੁਨੀਆ ਫਾਨੀ ਤੋਂ ਚਲੇ ਜਾਂਦੇ ਨੇ। ਜਦਕਿ ਬੜੀ ਇੱਕ ਸੈਡ ਜਿਹੀ ਗੱਲ ਹੈ, ਇੱਕ ਦੁਖੀ ਜਿਹੀ ਗੱਲ ਹੈ ਕਿ ਸਾਨੂੰ ਇਹ ਅਜੀਬ ਜੀ ਸਾਡੀ ਫਿਤਰਤ ਚੀਜ਼ ਸ਼ਾਮਿਲ ਹੋ ਚੁੱਕੀ ਹੈ ਕਿ ਜਦੋਂ ਕਿ ਸਾਡੇ ਤੋਂ ਦੂਰ ਹੋ ਜਾਂਦਾ ਹੈ, ਜਦੋਂ ਕਿ ਸਾਡੇ ਤੋਂ ਟੁਰ ਜਾਂਦਾ ਹੈ, ਤਾਂ ਸਾਨੂੰ ਉਹਦੀ ਜ਼ਿਆਦਾ ਕਦਰ ਹੁੰਦੀ ਹੈ। ਇਸੇ ਤਰ੍ਹਾਂ ਸਾਰੇ ਬਹੁਤ ਸਾਰੇ ਪੁਆਇੰਟ 'ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਤੁਹਾਨੂੰ ਦੱਸਾਂਗਾ ਕਿ ਸ਼ਾਇਰੀ ਕੀ ਹੈ, ਸ਼ਾਇਰੀ ਦੀ ਡੈਫੀਨੇਸ਼ਨ ਕੀ ਹੈ, ਸ਼ਾਇਰਾਂ ਦਾ ਮਜ਼ਾਜ ਕੈਸਾ ਹੁੰਦਾ ਹੈ, ਉਹ ਸੋਚਦੇ ਕਿਸ ਤਰ੍ਹਾਂ ਨੇ। ਦੁਨੀਆ 'ਚ ਤਾਂ ਅਸੀਂ ਵੀ ਚੱਲਦੇ ਫਿਰਦੇ ਹਾਂ, ਹਰ ਇਨਸਾਨ ਚੱਲਦਾ ਫਿਰਦਾ ਹੈ, ਹਰ ਇਨਸਾਨ ਆਪਣੀ ਜ਼ਿੰਦਗੀ ਬਸਰ ਕਰਦਾ ਹੈ, ਲੇਕਿਨ ਸ਼ਾਇਰ ਕਿਸ ਤਰ੍ਹਾਂ ਸੋਚਦੇ ਨੇ, ਕਿਸ ਤਰ੍ਹਾਂ ਦੇਖਦੇ ਨੇ, ਉਹ ਦੁੱਖ ਸੁੱਖ ਦੇ ਲਮਿਆਂ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਨੇ, ਇਹਦੇ 'ਤੇ ਗੱਲ ਕਰਾਂਗੇ। ਫੈਜ਼ ਅਹਿਮਦ ਫੈਜ਼ ਸਾਹਿਬ ਦੇ ਬਾਰੇ ਸਟਾਰਟ ਵਿੱਚ ਜੋ ਮੇਨ ਪੁਆਇੰਟ ਮੈਂ ਤੁਹਾਨੂੰ ਡਿਸਕਸ ਕਰ ਦੱਸਣਾ, ਕਿਉਂਕਿ ਸਾਡੀ ਯੂਥ, ਸਾਡੀ ਜਨਰੇਸ਼ਨ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਪਾਕਿਸਤਾਨ ਵਿੱਚ ਕਿੰਨੇ ਕਿੰਨੇ ਵੱਡੇ ਸਿਤਾਰੇ ਸਨ ਜਿਹੜੇ ਗਰੂਬ ਹੋ ਚੁੱਕੇ ਨੇ, ਲੇਕਿਨ ਉਹਨਾਂ ਦਾ ਨਾਮ ਹਾਲੇ ਤੱਕ ਜ਼ਿੰਦਾ ਹੈ। ਉਹਨਾਂ ਦੀ ਸ਼ਾਇਰੀ, ਉਹਨਾਂ ਦਾ ਅੰਦਾਜ਼, ਉਹਨਾਂ ਦਾ ਪਾਕਿਸਤਾਨ ਲਈ ਕੀਤਾ ਹੋਇਆ ਕੰਮ, ਉਹਨਾਂ ਦਾ ਮੁਸਲਮਾਨਾਂ ਲਈ ਕੀਤਾ ਹੋਇਆ ਕੰਮ ਅੱਜ ਵੀ ਉਹਨਾਂ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਔਰ ਇਸ ਲਈ ਅਸੀਂ ਉਹਨਾਂ ਦੀ ਯਾਦ ਔਰ ਉਹਨਾਂ ਦੀ 37ਵੀਂ ਬਰਸੀ ਦੇ ਮੌਕੇ 'ਤੇ ਅੱਜ ਦਾ ਸਪੈਸ਼ਲ ਪ੍ਰੋਗਰਾਮ ਫੈਜ਼ ਅਹਿਮਦ ਫੈਜ਼ ਸਾਹਿਬ ਦੇ ਨਾਮ ਕਰਾਂਗੇ। ਫੈਜ਼ ਸਾਹਿਬ ਦੀ, ਫੈਜ਼ ਦੀ ਜ਼ਿੰਦਗੀ ਦੇ ਬਾਰੇ 'ਚ ਦੱਸਣ ਤੋਂ ਪਹਿਲੇ ਮੈਂ ਇੱਕ ਹੋਰ ਬੜੀ ਤੁਹਾਨੂੰ ਗਹਿਰਾਈ ਵਾਲੀ ਗੱਲ ਦੱਸਾਂਗਾ ਜਿਹੜੇ ਆਮ ਲੋਕਾਂ ਦੀ ਸੋਚ ਵਿੱਚ ਸ਼ਾਇਦ ਨਹੀਂ ਹੁੰਦੀ। ਅਸੀਂ ਅਕਸਰ ਬੜੇ ਬੜੇ ਵੱਡੇ ਵੱਡੇ ਨਾਮ ਸੁਣੇ ਨੇ, ਬੜੀਆਂ ਬੜੀਆਂ ਵੱਡੀਆਂ ਪੋਸਟਾਂ 'ਤੇ ਲੋਕ ਬੈਠੇ ਹੁੰਦੇ ਨੇ, ਬੜੇ ਬੜੇ ਵੱਡੇ ਵੱਡੇ ਅਦਾਰੇ ਚਲਾ ਰਹੇ ਹੁੰਦੇ ਨੇ, ਲੇਕਿਨ ਅਸੀਂ ਉਹਨਾਂ ਦਾ ਬੈਕਗਰਾਉਂਡ, ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਅੱਜ ਕੱਲ੍ਹ ਕਿ ਉਹਨਾਂ ਦੇ ਬਾਰੇ ਸੋਚਿਆ ਜਾਵੇ ਕਿ ਕੌਣ ਨੇ, ਇਹਨਾਂ ਦਾ ਬੈਕਗਰਾਉਂਡ ਕੀ ਹੈ, ਇਹ ਕਿੱਥੋਂ ਆਏ ਨੇ। ਮੈਂ ਥੋੜ੍ਹਾ ਜਿਹਾ ਅਬਜ਼ਰਵ ਇਸ ਚੀਜ਼ ਨੂੰ ਕਰਨਾ, ਔਰ ਮੈਂ ਜੋ ਅਬਜ਼ਰਵ ਕੀਤਾ, ਮੈਂ ਜੋ ਦੇਖਿਆ ਆਪਣੀ ਜ਼ਿੰਦਗੀ 'ਚ, ਜਿੰਨੇ ਵੀ ਵੱਡੇ ਲੋਕ ਨੇ, ਸ਼ਾਇਰ ਨੇ, ਅਦੀਬ ਨੇ, ਡਰਾਮਾ ਨਿਗਾਰ ਨੇ, ਕਿਸੇ ਵੀ ਪੋਸਟ 'ਚ ਵੱਡੇ ਮੁਕਾਮ ਨੇ, ਅਕਸਰੀਅਤ ਕਸਬਿਆਂ ਤੋਂ ਹੈ,
ਪਿੰਡਾਂ ਤੋਂ ਹੈ, ਛੋਟੇ ਛੋਟੇ ਸ਼ਹਿਰਾਂ ਤੋਂ ਹੈ, ਅਤੇ ਉਹਨਾਂ ਨੇ ਵੱਡੇ ਵੱਡੇ ਸ਼ਹਿਰਾਂ 'ਚ ਆ ਕੇ ਆਪਣਾ ਲੋਹਾ ਮਨਵਾਇਆ ਔਰ ਪੂਰੀ ਦੁਨੀਆ 'ਤੇ ਉਹਨਾਂ ਦਾ ਨਾਮ ਹੋਇਆ। ਲੇਕਿਨ ਬੈਕਗਰਾਊਂਡ ਇੱਕ, ਜਿਸ ਤਰ੍ਹਾਂ ਕਹਿੰਦੇ ਆ ਕਿ ਮਤਲਬ ਕਿ ਤੁਸੀਂ ਕਿਸੇ ਵੀ ਜਗ੍ਹਾ ਤੋਂ ਆਏ ਜੇ, ਕਿਸੇ ਵੀ ਜਗ੍ਹਾ 'ਤੇ ਬਿਲੋਂਗ ਕਰਦੇ ਹੋ, ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਯਾਨੀ ਕਿ ਛੋਟੇ ਹੋ। ਤੁਸੀਂ ਅਗਰ ਆਪਣੇ ਆਪ ਨੂੰ, ਆਪਣੇ ਇਲਾਕੇ ਨੂੰ ਵੱਡਾ ਬਣਾਉਣਾ ਹੈ ਤਾਂ ਤੁਹਾਨੂੰ ਉਹਦੇ ਲਈ ਵੱਡੇ ਕੰਮ ਕਰਨੇ ਪੈਣਗੇ। ਇਸ ਤਰ੍ਹਾਂ ਫੈਜ਼ ਅਹਿਮਦ ਫੈਜ਼ ਸਾਹਿਬ, ਉਹਨਾਂ ਦੀ ਤਾਰੀਖ ਪੈਦਾਇਸ਼ 13 ਫਰਵਰੀ 1911 ਔਰ ਇਹ ਸਿਆਲਕੋਟ ਦੇ ਰਾਊਂਡ ਅਬਾਊਟ ਯਾਨੀ ਕਿ ਸਿਆਲਕੋਟ ਵਿੱਚ ਪੈਦਾ ਹੋਏ। ਔਰ ਤਰਬੀਅਤ ਦਾ ਜਿਹੜਾ ਹੈ ਨਾ, ਉਹ ਇਨਸਾਨ 'ਤੇ ਬੜਾ ਇਫੈਕਟ ਹੁੰਦਾ। ਜਦੋਂ ਅਸੀਂ ਬੱਚੇ ਯਾਨੀ ਸਾਡੇ ਛੋਟੇ ਛੋਟੇ ਬੱਚੇ ਨੇ ਔਰ ਉਹਨਾਂ ਨੇ ਅਸੀਂ ਜਿਸ ਤਰ੍ਹਾਂ ਦਾ ਮਾਹੌਲ ਦਿਆਂਗੇ ਨਾ, ਉਹ ਜ਼ਿਆਦਾਤਰ ਤਾਸਰਾਤ ਉਹਨਾਂ ਦੇ ਉੱਧਰ ਹੀ ਮਿਲਣਗੇ। ਫਰਕ ਪੈਂਦਾ ਹੈ, ਇਹ ਨਹੀਂ ਮੈਂ ਕਹਿੰਦਾ ਕਿ ਲਾਜ਼ਮੀ ਉਸ ਤਰ੍ਹਾਂ ਦਾ ਹੋ ਜਾਂਦਾ ਹੈ, ਕਿਉਂਕਿ ਇਹ ਸ਼ਾਇਰ ਹੋ ਗਏ, ਸਿੰਗਰ ਹੋ ਗਏ, ਜਾਂ ਇਹ ਕੁਦਰਤੀ ਟੈਲੈਂਟਡ ਜਿਹੜੇ ਲੋਕ ਹੁੰਦੇ ਨੇ, ਇਹ ਬਣਿਆ ਨਹੀਂ ਬਣ ਸਕਦੇ, ਇਹ ਬਣੇ ਬਣਾਏ ਆਉਂਦੇ ਨੇ। ਇਹ ਅੱਲਾਹ ਤਾਲਾ ਬਣੇ ਬਣਾਏ ਭੇਜਦਾ ਹੈ ਔਰ ਉਹਨਾਂ ਦੇ ਅੰਦਰ ਇਹ ਕੁਆਲਿਟੀਆਂ ਪਾਉਂਦਾ ਹੈ ਕਿ ਉਹ ਦੁਨੀਆ 'ਤੇ ਜਾ ਕੇ ਇਹ ਕੰਮ ਕਰਨ, ਇਹ ਡਿਊਟੀ ਕਰਨ, ਇਹ ਸਾਰੇ ਮਾਮਲਾਤ ਕਰਨ। ਲੇਕਿਨ ਤਰਬੀਅਤ ਦਾ, ਮਾਹੌਲ ਦਾ ਇਫੈਕਟ ਜਿਹੜਾ ਹੁੰਦਾ ਹੈ, ਉਹਨੂੰ ਹੋਰ ਨਿਖਾਰ ਦਿੰਦਾ ਹੈ। ਅਗਰ ਕਿਸੇ ਬੱਚੇ 'ਚ ਮਤਲਬ ਕਿ ਲਿਖਣ ਦੀ, ਸ਼ਾਇਰੀ ਕਰਨ ਦੀ, ਜਾਂ ਤੁਸੀਂ ਦੇਖਦੇ ਹੋ ਕਿ ਬੱਚਾ ਯਾਨੀ ਕਿ ਗੱਲ ਕਰਦਾ ਹੈ ਔਰ ਗੱਲ ਦੇ ਨਾਲ ਉਹਨੂੰ ਸਮਝਦਾ ਵੀ ਹੈ ਔਰ ਉਹਦੇ ਜਵਾਬ ਵੀ ਉਹਨੂੰ ਆਉਂਦੇ ਨੇ, ਜਾਂ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ, ਸਟਰਗਲ ਕਰਦਾ ਹੈ ਆਪਣੇ ਆਪ ਨੂੰ ਕੁਛ ਬੋਲਣ ਦੀ, ਅਤੇ ਇਹਦਾ ਇਹ ਮਤਲਬ ਹੈ ਕਿ ਉਹਦੀ ਜ਼ਿਆਨਤ ਆਮ ਬੱਚਿਆਂ ਤੋਂ ਜ਼ਿਆਦਾ ਹੈ। ਉਹ ਕੁਝ ਸੋਚਣਾ ਚਾਹੁੰਦਾ ਹੈ, ਉਹ ਕੁਝ ਸਿੱਖਣਾ ਚਾਹੁੰਦਾ ਹੈ, ਕੁਝ ਕਰਨਾ ਚਾਹੁੰਦਾ ਹੈ, ਔਰ ਫਿਰ ਉਹਨੂੰ ਅਸੀਂ ਮਾਹੌਲ ਵੀ ਉਸ ਤਰ੍ਹਾਂ ਦਾ ਦੇ ਦਈਏ ਤਾਂ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ। ਇਸੇ ਤਰ੍ਹਾਂ ਜਿਸ ਜਗ੍ਹਾ 'ਤੇ ਫੈਜ਼ ਅਹਿਮਦ ਫੈਜ਼ ਸਾਹਿਬ ਪੈਦਾ ਹੋਏ, ਰਹਿ, ਬਚਪਨ ਉਹਨਾਂ ਦਾ ਗੁਜ਼ਰਿਆ, ਉੱਥੇ ਉਹਨਾਂ ਦੇ ਘਰ ਦੇ ਕਰੀਬ ਯਾਨੀ ਕਿ ਇੱਕ ਬੈਠਕ ਲੱਗਦੀ ਜਿੱਥੇ ਸ਼ਾਇਰ ਹਜ਼ਰਾਤ ਆਉਂਦੇ ਔਰ ਉਹਨਾਂ ਦੇ ਵਿੱਚ ਬੈਠਣਾ ਉੱਠਣਾ, ਉਹ ਮਹਿਫਲਾਂ ਅਟੈਂਡ ਕਰਨ ਨਾਲ ਇਹਨਾਂ ਦੇ ਅੰਦਰ ਵੀ ਸ਼ਾਇਰੀ ਦਾ ਸ਼ੌਕ ਪੈਦਾ ਹੋਇਆ। ਔਰ ਇਹਨਾਂ ਨੇ ਵੀ ਕੋਸ਼ਿਸ਼ ਕੀਤੀ, ਔਰ ਜ਼ਾਹਿਰ ਹੈ ਕਿ ਬੰਦਾ ਕੋਸ਼ਿਸ਼ ਕਰੇ ਤਾਂ ਬਹੁਤ ਸਾਰਾ ਕੁਝ ਹੋ ਜਾਂਦਾ, ਔਰ ਕੋਸ਼ਿਸ਼ ਨਾ ਕਰੇ ਤਾਂ ਫਿਰ ਕੁਝ ਵੀ ਨਹੀਂ ਹੁੰਦਾ। ਔਰ ਇਹਨਾਂ ਨੇ 10 ਸਾਲ ਦੀ ਉਮਰ ਵਿੱਚ 10ਵੀਂ ਕਲਾਸ ਦਹਿਮ ਕਲਾਸ ਜਦੋਂ ਇਹਨਾਂ ਨੇ ਕਲਾਸ ਕੀਤੀ, ਅਤੇ ਉਸ ਦੌਰਾਨ ਇਹਨਾਂ ਨੇ ਯਾਨੀ ਕਿ ਪਹਿਲਾ ਸ਼ੇਰ ਆਪਣਾ ਮਤਲਬ ਕਿ ਪਹਿਲੀ ਸ਼ਾਇਰੀ ਦਾ ਯਾਨੀ ਕਿ ਆਗਾਜ਼ ਕਰ ਦਿੱਤਾ। ਔਰ ਮੈਟ੍ਰਿਕ ਦੇ ਦੌਰਾਨ 15-16 ਸਾਲ ਬੰਦੇ ਦੀ ਏਜ ਹੁੰਦੀ, ਬੱਚੇ ਦੀ ਏਜ ਹੁੰਦੀ, ਔਰ ਇਸ ਤੋਂ ਜ਼ਿਆਦਾ ਮੇਰਾ ਖਿਆਲ ਹੈ ਕਿ ਨਹੀਂ ਹੁੰਦਾ। ਜੀ ਜਨਾਬ, ਮੈਂ ਗੱਲ ਕਰ ਰਿਹਾ ਸੀ ਕਿ 15-16 ਸਾਲ ਦੀ ਉਮਰ ਵਿੱਚ ਸ਼ੇਰ ਕਹਿਣਾ ਇਹ ਬੜੀ ਵੱਡੀ ਗੱਲ ਹੈ। ਔਰ ਇੱਥੋਂ ਉਹਨਾਂ ਦਾ ਆਗਾਜ਼ ਹੋਇਆ, ਸਟਾਰਟ ਹੋਇਆ। ਅੱਗੇ ਉਹਨਾਂ ਨੇ ਕੀ ਕੀ ਕੀਤਾ ਉਹ ਵੀ ਨਾਲ ਤੁਹਾਨੂੰ ਮੈਂ ਦੱਸਦਾ ਜਾਵਾਂਗਾ, ਔਰ ਨਾਲ ਸ਼ਾਇਰੀ ਦੀਆਂ ਮੇਨ ਥੀਮ, ਮੇਨ ਮਾਮਲਾ ਕੀ ਹੁੰਦੇ ਨੇ, ਫੀਲਿੰਗ ਉਹਨਾਂ ਦੀ ਕੀ ਹੁੰਦੀ ਹੈ ਸ਼ਾਇਰਾਂ ਦੀ, ਉਹਦੇ 'ਤੇ ਵੀ ਗੱਲ ਅਸੀਂ ਕਰਾਂਗੇ। ਅੱਛਾ, ਗੱਲ ਕਰ ਅਸੀਂ ਫੈਜ਼ ਅਹਿਮਦ ਫੈਜ਼ ਸਾਹਿਬ ਦੀ ਸ਼ਾਇਰੀ ਦੇ ਹਵਾਲੇ ਨਾਲ, ਅਤੇ ਉਹਨਾਂ ਦੀ ਸ਼ਾਇਰੀ ਦਾ ਮੈਂ ਬਜ਼ਾਤੇ ਖੁਦ ਬੜਾ ਫੈਨ ਹਾਂ, ਔਰ ਉਹਨਾਂ ਦੀ ਸ਼ਾਇਰੀ ਮੈਂ ਤੁਹਾਨੂੰ ਕੁਝ ਸੁਣਾਵਾਂਗਾ ਅੱਜ। ਔਰ ਗੱਲ ਕਰ ਰਹੀ ਸੀ ਕਿ ਉਹਨਾਂ ਨੇ ਮੈਟ੍ਰਿਕ 10ਵੀਂ ਕਲਾਸ ਵਿੱਚ 15-16 ਸਾਲ ਦੀ ਉਮਰ 'ਚ ਯਾਨੀ ਕਿ ਉਹਨਾਂ ਨੇ ਸ਼ੇਰ ਕਹਿਣਾ ਸ਼ੁਰੂ ਕਰ ਦਿੱਤਾ ਸੀ। ਅਤੇ ਇੱਕ ਜਿਸ ਤਰ੍ਹਾਂ ਕਹਿੰਦੇ ਨਾ ਕਿ ਸੋਨਾ ਜਿਹੜਾ ਹੁੰਦਾ ਹੈ, ਸੋਨਾ ਕਿਸੇ ਅੱਛੇ ਕਾਰੀਗਰ ਦੇ ਹੱਥ ਆ ਜਾਵੇ ਨਾ ਤਾਂ ਮਜ਼ੀਦ ਖੂਬਸੂਰਤ ਤਰਾਸ਼ਿਆ ਜਾਂਦਾ। ਅਸੀਂ ਸੋਨਾ ਖਰੀਦਣ ਜਾਈਏ ਨਾ, ਅਸੀਂ ਉਹਦੇ ਵਿੱਚੋਂ ਵੀ, ਹਾਲਾਂਕਿ ਕੀਮਤੀ ਤਾਂ ਹੈ ਨਾ, ਕੀਮਤ ਇੱਕ ਹੀ ਹੈ, ਲੇਕਿਨ ਅਸੀਂ ਉਹਦੇ ਵਿੱਚ ਵੀ ਸਿਲੈਕਸ਼ਨ ਕਰਨੇ ਕਿਹੜਾ ਹਾਰ ਲਈਏ ਅਤੇ ਕਿਹੜਾ ਨਾ ਲਈਏ। ਜਿਹੜਾ ਜ਼ਿਆਦਾ ਖੂਬਸੂਰਤ ਹੁੰਦਾ ਅਸੀਂ ਉਹ ਲੈਂਦੇ ਹਾਂ, ਔਰ ਉਹ ਅੱਛੇ ਕਾਰੀਗਰ ਦੇ ਹੱਥ ਆ ਜਾਵੇ ਤਾਂ ਫਿਰ ਹੀ ਸੋਨਾ ਬਣਦਾ। ਇਸੇ ਤਰ੍ਹਾਂ ਜਦੋਂ ਫੈਜ਼ ਅਹਿਮਦ ਫੈਜ਼ ਸਾਹਿਬ ਦੀ ਹਿਸਟਰੀ ਦੇ ਬਾਰੇ ਨੌਲੇਜ ਤਾਂ ਪਹਿਲੇ ਵੀ ਸੀ, ਲੇਕਿਨ ਮਜ਼ੀਦ ਥੋੜ੍ਹੀ ਜਿਹੀ ਮੈਂ ਜਦੋਂ ਰਿਸਰਚ ਕੀਤੀ ਇਹਦੇ 'ਤੇ, ਅਤੇ ਮੈਂ ਦੇਖਿਆ ਕਿ ਕਿੱਡੇ ਵੱਡੇ ਉਸਤਾਦ ਅਤੇ ਫਿਰ ਕਿੱਡੇ ਵੱਡੇ ਅਗੋਂ ਸ਼ਾਗਿਰਦ ਉਹਨਾਂ ਦੇ, ਮਤਲਬ। ਔਰ ਇੱਕ ਹੋਰ ਮਜ਼ੇ ਦੀ ਬੜੀ ਗੱਲ, ਫੈਜ਼ ਅਹਿਮਦ ਫੈਜ਼ ਸਾਹਿਬ ਔਰ ਇਲਾਮਾ ਇਕਬਾਲ ਸਾਹਿਬ ਦੋਨੋਂ ਇੱਕ ਹੀ ਉਸਤਾਦ ਦੇ ਸ਼ਾਗਿਰਦ, ਔਰ ਦੋਨਾਂ ਦਾ ਨਾਂ ਪੂਰੀ ਦੁਨੀਆ 'ਤੇ ਗੂੰਜ ਰਿਹਾ, ਇਹ ਤੁਸੀਂ ਸਭ ਜਾਣਦੇ ਹੋ। ਔਰ ਫੈਜ਼ ਅਹਿਮਦ ਫੈਜ਼ ਸਾਹਿਬ ਔਰ ਇਲਾਮਾ ਇਕਬਾਲ ਸਾਹਿਬ ਦੇ ਜੋ ਉਸਤਾਦ ਸਨ, ਮੀਰ ਮੌਲਵੀ ਸ਼ਮਸੁਲ ਹਕ ਸਾਹਿਬ, ਇਹ ਉਹਨਾਂ ਦੇ ਸ਼ਾਗਿਰਦ ਸਨ, ਔਰ ਉਹਨਾਂ ਨੇ ਇਸ ਸੋਨੇ ਨੂੰ ਨਿਖਾਰਿਆ, ਉਹਨਾਂ ਨੇ ਮਜ਼ੀਦ ਖੂਬਸੂਰਤ ਬਣਾਇਆ, ਔਰ ਉਸ ਤੋਂ ਬਾਅਦ ਇਹ ਸਿਤਾਰਾ ਪੂਰੀ ਦੁਨੀਆ ਚਮਕਣ ਲੱਗ ਪਿਆ। ਔਰ ਅਗਰ ਅਸੀਂ ਸ਼ਾਇਰਾਂ ਦੇ ਤਾਰੀਖ ਦੇਖੀਏ, ਤਾਰੀਖ ਦੇ ਹਵਾਲੇ ਨਾਲ, ਤਾਰੀਖ ਦੇ ਪੰਸੇ ਮੰਜ਼ਰ 'ਚ ਅਸੀਂ ਦੇਖੀਏ, ਤਾਂ ਬੜੇ ਬੜੇ ਸ਼ਾਇਰ
इस धरती ने पैदा किए। और लामा इकबाल साहब, मुनीर नियाजी साहब, बाबा इशफाक साहब, मतलब ड्रामा निगार राइटर मीर साहब और गालिब साहब, मतलब कि बड़िया बड़िया हस्तियाँ। लेकिन ये शायरी नू हर इंसान समझदा नहीं। या मेरा ख्याल है कि शायद हर इंसान दे विच समझण दी अल्लाह ने उन्नी एबिलिटी नहीं रखी कि शायरां नू समझण वास्ते वो अंदर रूह होनी चाहिए जिहड़ी इस चीज़ नू लाइक करदी, इस चीज़ नू पसंद करदी है, तो फिर मज़े दुबाला हो जाते हैं। क्योंकि मैं देखा जो अपनी लाइफ च देखा, सिर्फ कोई अगर फॉर एग्जांपल गुलूकारी का मैदान है, कोई मेला सज्जिया है, किसी कोई प्रोग्राम है, तो उत्थे ज़्यादा रश होंदा है। लेकिन शायर हज़रात दी महफिलां मैं रश घट वेख्या। लेकिन ये अज है, हुण है। अगर असीं इहो तारीख दे पंसे मंजर च देखिए, माजी च देखिए, पाकिस्तान बनन तो पहले या पाकिस्तान तो बाद आगाज़ के दिनों यानी कि यानी कि 20वीं सदी च अगर देखिए तो उस टाइम ते अपनी गल दसन दा, अपनी यूथ की गल दसन दा, अपने मजहब की गल दसन दा, अपने वतन की गल दसन दा इक्को ही जरिया होंदा सी, और वो सी शायरी। और शायर हजरात बड़े बड़े वड्डे इनकलाबी शायर भी है सन, जिन्हों ने बड़ा बड़ा काम किया और दुनिया की साढ़े माशरे की सोच नू बदलिया और अंदर एक जज्बा पैदा किया। जिस तरह इलामा इकबाल साहब ने पूरी कौम नू जगाया और पूरी कौम नू एक किया और पूरी कौम नू दसिया कि पाकिस्तान बनाना है, और पाकिस्तान का मतलब की ये दसिया, और पाकिस्तान बनाने की वजह की ये दसिया। वो सारा कुछ उन्होंने अपनी शायरी दे विच दसिया। जो शायरी लोगों ने पढ़ी तो लोगों ने पता लग गया कि जनाब असी किहड़ी दुनिया च जी रहे हैं और सानू कित्थे जाके जीना चाहिए। तो शायरां दा बड़ा किरदार है, बड़ा वड्डा किरदार है, हर दौर च रहा है। लेकिन अज दे मौजूदा दौर दे विच थोड़े जे मामलात गड़बड़ ने, असी इहदे ते भी गल करांगे। जी जनाब, तुहानूं पता लग गया कि फैज़ अहमद फैज़ साहब 13 फरवरी 1911 च पैदा होए और वालिद का नाम सुल्तान मुहम्मद खान साहब सी और वो वकील सन, एक वकील के शोबे नाल यानी कि मुंसलिक सन। और उस्ताद मीर मौलवी शमसुल हक साहब से, और बड़ा कुछ इन्होंने किया मिल के। और इन्होंने इब्तदाई तलीम सियालकोट तो बाद फिर गौरमेंट कॉलेज लाहौर आए, इतने उन्होंने BA किया, इतने मजीद यानी कि अगे, और फिर इस तो अगे अगे उन्होंने की किया तो असीं बाद ही दसने। और मैं गल कर रहा सी क्योंकि अज का स्पैशल प्रोग्राम शायरी दी है और खसूसी फैज़ अहमद फैज़ साहब की शायरी नाल रिलेटिड। और जाहिर है कि एक दुनिया का वड्डा ना उन्होंने शायरी कमाल सी। लेकिन मैं नाल तुहानूं डेफिनेशन दस रहा सी कि शायरां दी डेफिनेशन की है, शायरी दा इनू इन्हां दा आम लोगों तो हट के कितना को फर्क होंदा है और की मामलात होंदे ने। मैं जो देखा है, क्योंकि एक छोटा मोटा शेर तो मैं भी कह लेना और मैं अपने आप को शायर बस इन जरूरत की हद तक कहते ना, जरूरत की हद तक शायर हाँ मैं, वो तो मेरी चीज़ है कि मैं जरूरत की हद तक सिर्फ शायर हाँ। मैं अपना सॉन्ग लिखना हो, कोई गाना लिखना हो तो फिर कोई दिमाग चल जाता, वो भी अल्लाह चलावे। तो बल्कि मैं मेरा 4 साल तो ना दिमाग नहीं चल रहा सी, मतलब कि कुछ सिस्टम ऐसे माइंडली, ये भी अल्लाह की अता होंदी है कि जो अल्लाह तला अता करता फिर ही तुहाडे दिमाग च कोई शेर आता है, फिर ही कोई गज़ल आती, फिर ही कोई नज़म आती। ये ना आवे तो भावें 4-4 साल ना दिमाग च कोई चीज़ आवे, आ जाए तो फिर रोज़ भी तुसीं एक गज़ल लिख सकते जे, रोज़ ही एक तुसीं गीत लिख सकते, रोज़ एक ड्रामा लिख सकते जे। लेकिन ये अल्लाह तला की खास अता होंदी है। तो मेरा भी कुछ इस तरह के सिस्टम, यानी कि 4-5 साल तो मेरा भी ब्रेन इस मामले च काम ही नहीं कर रहा सी। और मैं बड़ा सोचता सी और फिर मैं कहता सी कि नहीं अल्लाह तला दी इहदे च कोई बेहतरी है, कोई मामला तो होने ने। लेकिन हुण मैनू अपना रिमाइंड उवें जिस तरह पहले से 4 साल तो बाद नवे गाने भी उनमें कुछ लिखे ने, कुछ गज़लां भी लिखियां ने, कुछ नज़मां भी लिखियां ने। और इंशाअल्लाह ताला मैं सोच रहा सी कि प्रोग्राम दे विच कोई ऐसा सैगमेंट बनाइए कि जिंदे च मुख्तलिफ शायरां दी कम से कम एक गज़ल एक नज़म मैं शामिल किया करा, अपने इलाकाई शहर जिहड़े किसी भी शहर का, किसी जिले का, पंजाब का, तो उन्हां दी शायरी शामिल किया करांगे। और कुदरती मैनू रात नूं प्रोड्यूसर साहिबा दा फोन जदों गया तो मैं सोच रहा सी इस किस्म का शो, तो चलो अज बड़ा मेरे लिए एजाज़ की गल है कि फैज़ अहमद फैज़ साहब से असीं गल करिए। अच्छा, मैं गल कर रहा सी कि शायर असी किसी भी जगह तो गुजर जाते हैं ना। मैं एक सिंपल सादा तुहानूं शायर ते आम इंसान दे विच फ़र्क दसना कि असी किसी भी जगह तो गुजर गए हैं,
कोई रश है, कोई भीड़ है, कोई खुशी दे लम्हात ने, मतलब कि कोई खुशी दा ईवेंट कोल चल रहा है या कोई परेशानी दा कोई ईवेंट ऐसा चल रहा है तो असी गुजर जाते हैं। लेकिन शायरां दी तबीयत क्योंकि उन्दी सेंसिटिव, कोई एक तुहानूं मैं होर बड़ी पते दी गल दस्सां, कोई राइटर, कोई सिंगर, कोई एक्टर, कोई वड्डा उदों तक कामयाब नहीं हो सकता जो तक, बल्कि बन ही नहीं सकता। कोई सिंगर आर्टिस्ट जिन्ने भी लोग ने ना, चाहे वो एक्टर ने, चाहे वो सिंगर ने, चाहे वो शायर ने, ये बड़े सेंसिटिव होंदे ने और गल्लां नूं बड़ी ना करीबी तो जाके ऑब्जर्व करते हैं। तो इन्हां नूं शायरी कहंदे ने, इन्हां ये लफाजां नूं शायरी कहंदे ने। फॉर एग्जाम्पल असीं एक खुशी दा इवेंट किधरे हो रहा है तो असीं लोग नच रहे हैं, ढोल वज रहे हैं, तो असीं तो चुप करके गुजर जाना है, आम जिहड़ी नॉर्मल नेचर दे लोग होंदे ने। लेकिन जिहड़ा शायर तबीयत दा लोग है, जिंदे अंदर अल्लाह ने एक शायर रखा है, वो उस खुशी दे इवेंट नूं भी बड़ा गौर नाल ऑब्जर्व करेगा और उन्हां सारे जो आसे पासे हो रहे उस पूरे स्कैच दा दिमाग दे विच, माइंड दे विच लियावेगा और फिर उहदे ते फौरी अल्लाह ताला नूं अता देंदा। और बाज़ दफ़ा फौरी उहदे ते शेर भी लिखिया जांदा, बल्कि फौरी शेर बोल देईदा। मेरे नाल कई दफ़ा इस तरह होया कि हो जाता फौरी अल्लाह ताला अता दे दिंदा और शेर लिख दिंदा, तो आम बंदा उत्थों गुजर जाता है। इंदे तो की साबित होंदा कि शायर तबीयत दा जिहड़ा बंदा होंदा बड़ा सेंसिटिव होंदा है और बड़ा चीज़ां नूं करीब तो वेखदा है। कोई भी इवेंट होवे उन्होंने बड़ा गहराई दे नाल सोचदा है और गहराई दे नाल देखदा है और बड़ा अल्लाह ने उन्होंने सबर दिता होंदा है और बड़ी अंदर उनदे पावर होंदी है। बज़ाहिर भावें लोगों लिए कुछ भी ना होवे, लेकिन वो एक बड़ा वड्डा इंसान होंदा है। बाज़ साडे शायरां दा सानूं उदों पता लगा, साडे लोगों नूं उदों पता लगा कि बड़ा वड्डा शायर सी जदों इस दुनिया तो चले गया सी। ਇਹ चीज़ां जिहड़ियां ने ना ये बड़ियां तकलीफ दे ने और असी अगर कदर करांगे अज तो बहुत सारे मैं देखना एक साढ़े एक बड़े प्यारे दोस्त ने, बड़े सीनियर अदाकार ने, एक दिन बैठे तो कोई अवार्ड शो की गल हो रही तो उन्होंने मैं यानी कि कोई गल हो रही सी, फलान अवार्ड मिल रहा, फलान मिल रहा, तो उन्होंने बड़ी खूबसूरत गल की, कहते आज़ाद भाई उस अवार्ड का की फ़ायदा जदों वो दुनिया ते नहीं, अवार्ड देने ने, इज्जत देनी है, एहतराम देनी है तो उनकी जिंदगी च दिओ। असी क्यों लोगों की उदों कदर करने हैं जो लोग दुनिया तो टुर जाते हैं। बस अजीब जी फितरत है साढ़े अंदर और कोशिश करनी चाहिए कि थोड़ा जहा माइंड पॉजिटिव होवे, पॉजिटिव होवांगे तो ज़ाहिर है सारा माशरे पॉजिटिव हो जाएगा। असी अपने आप तो शुरू करांगे। लेकिन दोस्तों तुसीं सुन रहे FM चैनल पंजाब रंग और मैं तुहाडा मेज़बान, मैनूं कहंदे ने ज़ुल्फ़िकार आज़ाद। और अज असीं गल कर रहे हैं फैज़ अहमद फैज़ साहब के हवाले नाल और उन्हां दी शायरी के हवाले नाल, और अज उन्हां दी 37वीं बरसी है और उस दे हवाले नाल असी आम लोगों तक, आम यूथ तक, आम यंग जनरेशन तक उन्हां दी शायरी, उन्हां दे कीते हुए कम और जो उन्होंने पाकिस्तान लिए किया, पाकिस्तान उन्होंने बहुत सारे काम किए। मैं तो जो उन्होंने सर्च किया और उन्होंने बारे मज़ीद ज़्यादा जानने की कोशिश की तो पता चलिया कि जनाब वो तो यानी कि कॉलेज पढ़ाते भी रहे, लैक्चरार भी रहे और उस तो इलावा उन्होंने मतलब कि जो शादी की, शादी एक बरतानवी खतून नाल की और दसिया जाता है कि ज़ाहिर है कि जो भी एक पाकिस्तानी नौजवान और उस दौर तो ज़्यादा देखा जाता सी, ज़्यादा माँ प्यो की एक अपनी मर्जी के मुताबिक मामला ज़्यादातर होंगे सन। तो उन्होंने जो बार शादी की बरतानिया तो ज़ाहिर है कि घर वाले इतराज़ करते हैं कि गैर मुल्की खतून नाल क्यों शादी की, लेकिन ज़ाहिर है कि पुत्र ही होंगे, माँ बाप फिर राज़ी हो ही जाते हैं, अज कल या परसों सारे मामला ठीक हो जाते हैं। और उस तो बाद उन्होंने पाक आर्मी अपने फ़राइज़ बहुत ज़्यादा अच्छे तरीके अंजाम दिते। मतलब कि एक इंसान दी अल्लाह ताला किनियां किनियां ड्यूटियां ला दिंदा है कि वो अपनी ज़िंदगी दे विच उन्होंने की काम किए। शायर तो ज़ाहिर है कि है सी शुरू तो सन, लेकिन उस दे बावजूद वो लैक्चरार भी रहे, उन्होंने पाक आर्मी भी ज्वाइन की, पाक फौज दे विच उन्होंने आला फ़राइज़ अंजाम दिते और इस दे नाल नाल शायरी दे मामला जिहड़े ने वो सारे चलते रहे। अच्छा तुसी बहुत सारी शायरी तो ज़ाहिर है कि सुनी होनी और पढ़ी होनी है, ਜਿਹੜੇ बाज़ौक लोग ने, ਜਿਹੜੇ शायरी नाल इंटरस्ट रखते हैं उन्होंने पढ़ी होनी। लेकिन मैं मेरे च एक अल्लाह ताला ने ना अजीब बुढ़ी जी रूह शुरू तो ही पा दी सी कि मैं तुसी हैरान होवोगे कि मैं किस उम्र च ये गज़लां गांदा हुंदा सी और पढ़दा हुंदा सी कि मैं उदों 6वीं या 7वीं क्लास पढ़दा सी
ਹਾਈ ਸਕੂਲ ਦੇ ਵਿੱਚ ਤੇ ਬਜ਼ਮੇ ਅਦਬ ਜ਼ਾਹਿਰ ਹੁਣ ਵੀ ਹੁੰਦੇ ਹੋਣੇ ਨੇ, ਉਦੋਂ ਵੀ ਹੁੰਦੇ ਸੀ। ਜੁਮੇ ਰਾਤ ਨੂੰ ਉਦੋਂ ਹੁੰਦੇ ਸੀ, ਜੁਮੇ ਦੀ ਛੁੱਟੀ ਹੁੰਦੀ ਸੀ। ਹੁਣ ਤੇ ਸੰਡੇ ਵਾਲਾ ਸੀਨ ਚੱਲ ਗਿਆ। ਤੇ ਜਦੋਂ ਹੋਣੀ ਤੇ ਮੇਰੇ ਟੀਚਰ ਹਜ਼ਰਤ ਮੈਨੂੰ ਯਾਨੀ ਕਿ ਆਵਾਜ਼ਾਂ ਪੈਣੀਆਂ, ਜ਼ੁਲਫਕਾਰ ਕਿਤੇ ਨੂੰ ਲੱਭ ਕੇ ਲਿਆਓ। ਤੇ ਮੈਂ ਆਉਣਾ ਤੇ ਜਨਾਬ ਉਹਨਾਂ ਨੇ ਮੇਰੇ ਕੋਲੋਂ ਸੌਂਗ ਸੁਣਨੇ, ਔਰ ਉਹ ਖੁਦ ਹੈਰਾਨ ਹੋ ਜਾਂਦੇ ਸੀ ਕਿ ਛੋਟਾ ਜਿਹਾ ਬੱਚਾ ਤੇ ਇਹਦੀ ਗਜ਼ਲਾਂ ਕਿਹੋ ਜਿਹੀਆਂ ਗਾਉਂਦਾ ਹੈ। ਮਤਲਬ ਕਿ ਮੈਂ ਜਿਹੜਾ ਆਲ ਟਾਈਮ ਫੈਨ ਰਿਹਾ, ਅਗਰ ਕਿਸੇ ਸਿੰਗਰ ਦਾ ਮੈਂ ਫੈਨ ਹੈਗਾ ਤਾਂ ਮਹਿੰਦੀ ਹਸਨ ਸਾਹਿਬ ਤਾਂ ਮੈਂ ਸਭ ਤੋਂ ਵੱਡਾ ਫੈਨ ਹਾਂ, ਔਰ ਮੁਹੰਮਦ ਰਫੀ ਸਾਹਿਬ, ਇਹ ਦੋ ਮੇਰੇ ਫੇਵਰੇਟ ਨੇ। ਔਰ ਇਹਨਾਂ ਨੂੰ ਮੈਂ ਸੁਣਿਆ ਔਰ ਇਹਨਾਂ ਨੂੰ ਮੈਂ ਯਾਨੀ ਕਿ ਲਾਈਕ ਕਰਦਾ ਸੀ। ਅਤੇ ਮਹਿੰਦੀ ਹਸਨ ਸਾਹਿਬ ਦੀ ਆਵਾਜ਼ ਵਿੱਚ ਮੈਂ ਉਸ ਦੌਰ ਵਿੱਚ ਇਹ ਗਜ਼ਲ ਸੁਣਦਾ ਸੀ, ਲੇਕਿਨ ਉਦੋਂ ਮੈਨੂੰ ਪਤਾ ਨਹੀਂ ਸੀ, ਇੰਨਾ ਸ਼ੌਰ ਨਹੀਂ ਹੁੰਦਾ ਸੀ ਕਿ ਇਹ ਸ਼ਾਇਰ ਕੌਣ ਨੇ। ਫੈਜ਼ ਅਹਿਮਦ ਫੈਜ਼ ਸਾਹਿਬ ਦੀ ਇਹ ਗਜ਼ਲ ਹੈ, ਇੰਨਾ ਸ਼ੌਰ ਨਹੀਂ ਸੀ। ਲੇਕਿਨ ਮੈਨੂੰ ਇਹ ਲਾਈਨਾਂ, ਇਹ ਮੈਨੂੰ ਉਹਨਾਂ ਦੇ ਸਟਾਈਲ ਮੈਨੂੰ ਬੜਾ ਪਸੰਦ ਆਉਂਦਾ ਸੀ। ਅਤੇ ਮੈਂ ਯਾਨੀ ਕਿ ਉਸ ਦੌਰ ਦੇ ਵਿੱਚ ਜਦੋਂ 6ਵੀਂ 7ਵੀਂ ਕਲਾਸ ਵਿੱਚ ਬੰਦਾ ਪੜ੍ਹਦਾ ਅਤੇ ਕਿੰਨੀ ਕੁ ਉਮਰ ਹੋਣੀ, ਯਾਨੀ ਕਿ 12-14 ਸਾਲ ਦੀ ਉਮਰ ਦੇ ਵਿੱਚ ਮੈਂ ਇਹ ਗਜ਼ਲ ਗਾਉਂਦਾ ਹੁੰਦਾ ਸੀ। ਅਤੇ ਹੁਣ ਜਦੋਂ ਮੈਨੂੰ ਬਾਅਦ ਜਦੋਂ ਸ਼ੌਰ ਆਇਆ, ਜਦੋਂ ਪਤਾ ਚੱਲਿਆ ਕਿ ਜਨਾਬ ਇਹ ਗਜ਼ਲ ਤੇ ਫੈਜ਼ ਅਹਿਮਦ ਫੈਜ਼ ਸਾਹਿਬ ਦੀ, ਅਤੇ ਜ਼ਾਹਿਰ ਹੈ ਕਿ ਹੋਰ ਖੁਸ਼ੀ ਹੋਈ। ਔਰ ਫਿਰ ਮੈਂ ਇਹਨਾਂ ਨੂੰ ਹੋਰ ਪੜ੍ਹਨ ਦੀ ਕੋਸ਼ਿਸ਼ ਕੀਤੀ, ਮੈਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਸ਼ਾਇਰੀ ਕਿਸ ਤਰ੍ਹਾਂ ਦੀ ਹੈ। ਫਿਰ ਮੈਨੂੰ ਜ਼ਿਆਦਾ ਯਾਨੀ ਕਿ ਜ਼ਾਹਿਰ ਹੈ ਹੋਰ ਵੀ ਮੁਹੱਬਤ ਇਹਨਾਂ ਨਾਲ ਹੋ ਗਈ, ਕਿਉਂਕਿ ਗਜ਼ਲਾਂ ਮੈਨੂੰ ਇਹਨਾਂ ਦੀਆਂ ਸ਼ੁਰੂ ਤੋਂ ਬਚਪਨ ਤੋਂ ਹੀ ਪਸੰਦ ਸਨ। ਉਹਨਾਂ ਦੀ ਇੱਕ ਬੜੀ ਪਿਆਰੀ ਗਜ਼ਲ ਮੈਂ ਤੁਹਾਨੂੰ ਸੁਣਾਉਣਾ ਆਪਣੀ ਆਵਾਜ਼ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਅੱਛੀ ਲੱਗੇ। गुलों में रंग भरे बादनो बहार चले, गुलों में रंग भरे बादनो बहार चले, चले भी आओ के, चले भी आओ के मौसम का कारोबार चले, गुलों में रंग भरे बादनो बहार चले, चले भी आओ के गुलशन का कारोबार चले, गुलों में रंग भरे बादनो बहार चले, कफस उदास है यारो सबा से कुछ तो कहो, कफस उदास, कफस उदास है यारो सबा से कुछ तो कहो, कहीं तो बहरे खुदा आज जिक्र यार चले, चले भी आओ, चले भी आओ, चले भी आओ के गुलशन का कारोबार चले, गुलों में रंग भरे बादनो बहार चले,
जो हम पे गुजरी सो गुजरी, मगर शबे हिजरा आ, आ, जो हम पे गुजरी सो गुजरी, मगर शबे हिजरा, जो हम पे गुजरी जो गुजरी, मगर शबे हिजरा हमारे, हमारे अश्क तेरी आकबत सवार चले, चले भी आओ, 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 चले भी आओ के गुलशन का कारोबार चले, गुलों में रंग भरे, बादनो बहार चले, चले भी आओ, चले भी आओ, चले भी आओ के गुलशन का कारोबार चले, गुलों में रंग भरे, बादनो बहार चले। जो बज़ाहिर जो कुछ नहीं लगते, वो बज़ाहिर जो कुछ नहीं लगते, उनसे रिश्ते बला के होते हैं। उठकर तो आ गए हैं तेरी बज़म से हम मगर, उठकर तो आ गए हैं तेरी बज़म से हम मगर, कुछ दिल ही जानता है कि किस दिल से आए हैं। मतलब कि बाज़ दफ़ा बंदा ज़िद च गुस्से च उठते आंदा है, किसी अपने महबूब दे कोल बैठा या किसी महफिल च बैठा, लेकिन फिर आके जेड़ा पछतावा होंदा है ना, वो बयान कर रहे हैं फैज़ अहमद फैज़ साहब। और उन्होंने एक बड़ा मैनू प्यारा जेड़ा इन्हां दा खूबसूरत, मैनू यानी कि मेरे दिल नूं बड़ा अजीज़ है उन्हां दा फैज़ अहमद फैज़ साहब दा शेर है, दिल ना उम्मीद तो नहीं नाकाम ही तो है, दिल ना उम्मीद तो नहीं नाकाम ही तो है, लंबी है गम की शाम मगर शाम ही तो है। क्या बात है। और किन्ना कुछ दो लाइनों दे विच कहा जाता शायद। सही बात है कि गम की शाम लंबी है लेकिन शाम ही तो है। कहने ना कि शाम की किहड़ी गल है, शाम गुजर जाएगी, इस तरह गुजर जाएगा। कोई वक्त मुश्किल हो या आसान हमेशा एक जैसा नहीं रहिंदा। और इस ऑब्जरवेशन नूं अच्छे तरीके नाल जिहड़ी चीज़ नूं देखना और सारे दुख सुख दे जो मामलात शायद देखदा है, ऑब्जर्व करदा है, उन्होंने लाइन च लफ्ज़ां च लियाना, ये शायरी है। और ये शायरां दा यानी कि वड्डा फन है कि अल्लाह ताला खास अता उन्होंने देंदा है कि वो इस तरह यानी कि सोच अल्लाह देंदा है और वो लिखदे ने। और इसी तरह वो एक और फैज़ अहमद फैज़ साहब का शेर है कि और क्या देखने को बाकी है। असीं कहने हैं ना कि चलो एक बारी और वेख लीए, एक बारी और वेख लीए, चल एक और मौका दे दईए, शायद ठीक हो ही जाए, शायद अकल आ ही जाए, शायद इन्हूं समझ आ ही जाए कि मैं की चीज़ हाँ, मैं की चाहना और की मामलात ने। लेकिन कुछ लोग वो इन्नी उन्हें सेंस ही नहीं आती, अल्लाह ने उन्होंने इन्नी सोच ही नहीं दी आती कि वो इस चीज़ को ऑब्जर्व कर सकन। चीज़ों को ऑब्जर्व करना भी एक बड़ी वड्डी गल है ना, हर इंसान के वास्ते एक काम नहीं कि वो निक्की निक्की चीज़ों को बड़ी गहराई नाल देखे। क्योंकि मैं अक्सर कहता हुन्ना कि बेशुमार लोग इस दुनिया ते आए ने। मैं एक दफ़ा मतलब कि
ਕਿਸੇ ਵਜ੍ਹਾ ਤੋਂ ਰੋ ਪਿਆ। ਔਰ ਮੇਰੀ ਵਾਲਦਾ ਉਦੋਂ ਹਯਾਤ ਸੀ, ਅੱਲਾ ਉਹਨਾਂ ਨੂੰ ਜੰਨਤੁਲ ਫਿਰਦੌਸ 'ਚ ਅੱਲਾ ਮੁਕਾਮ ਅਤਾ ਫਰਮਾਏ, ਔਰ ਜਿਨ੍ਹਾਂ ਦੀਆਂ ਮਾਵਾਂ ਵੀ ਇਸ ਦੁਨੀਆ 'ਚ ਜਾ ਚੁੱਕੀਆਂ ਨੇ ਸਭ ਦੀ ਅਗਲੀ ਜ਼ਿੰਦਗੀ 'ਚ ਆਸਾਨੀਆਂ ਅਤਾ ਫਰਮਾਏ। ਅਤੇ ਮੈਂ ਉਹਨਾਂ ਦੀ ਗੋਦ ਵਿੱਚ ਮੇਰਾ ਸਿਰ ਸੀ ਅਤੇ ਮੈਂ ਰੋ ਪਿਆ, ਅਤੇ ਕੋਈ ਵਜ੍ਹਾ ਸੀ ਅਤੇ ਮੇਰੇ ਆਂਸੂ ਥੰਮ ਨਹੀਂ ਰਿਹਾ ਸੀ। ਅਤੇ ਜੋ ਇਸ਼ੂ ਸੀ, ਮੈਂ ਆਪਣੀ ਵਾਲਦਾ ਸਾਹਿਬਾਂ ਨੂੰ ਪੁੱਛਿਆ ਕਿ ਅੰਮੀ ਇੰਝ ਕਿਉਂ ਹੁੰਦਾ ਹੈ? ਤਾਂ ਉਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ ਸੀ ਕਿ ਪੁੱਤਰ, ਜਿਹੜਾ ਮਾਮਲਾ ਤੇਰੇ ਨਾਲ ਹੈ ਜਾਂ ਜਿਹੜੀ ਤਕਲੀਫ ਤੈਨੂੰ ਹੈ, ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ, ਹਰ ਇੱਕ ਨੂੰ ਨਹੀਂ ਪਹੁੰਚਦੀ। ਇਹ ਤਕਲੀਫਾਂ ਵੀ ਅੱਲਾਹ ਤਾਲਾ ਆਪਣੇ ਸਿਲੈਕਟਿਵ ਲੋਕਾਂ ਨੂੰ ਦਿੰਦਾ ਹੈ, ਔਰ ਕੁਝ ਸਾਡੀ 'ਚ ਕਮੀਆਂ ਹੁੰਦੀਆਂ ਨੇ, ਕੋਤਾਹੀਆਂ ਹੁੰਦੀਆਂ ਨੇ, ਉਹਨਾਂ ਦੀ ਮੁਰੰਮਤ ਵਾਸਤੇ ਮੁਸ਼ਕਿਲਾਂ ਵੀ ਆਉਂਦੀਆਂ ਨੇ, ਮਸਾਇਲ ਵੀ ਆਉਂਦੇ ਨੇ, ਸਾਰੇ ਮਾਮਲਾਤ ਆਉਂਦੇ ਨੇ। ਲੇਕਿਨ ਉਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ ਕਿ ਪੁੱਤਰ ਤੂੰ ਸਿਲੈਕਟ ਹੈ ਅੱਲਾ ਦਾ, ਅੱਲਾ ਨੇ ਤੈਨੂੰ ਸਿਲੈਕਟ ਕੀਤਾ ਹੈ, ਅਤੇ ਅੱਲਾ ਨਹੀਂ ਇਸ ਟੈਨਸ਼ਨ ਵਿੱਚ ਤੈਨੂੰ ਪਾਇਆ, ਅਤੇ ਅੱਲਾ ਨਹੀਂ ਇਹ ਤੂੰ ਕੱਢਣਾ, ਬਸ ਤੂੰ ਹਿੰਮਤ ਨਹੀਂ ਹਾਰਨੀ। ਤੂੰ ਮਤਲਬ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਹਰ ਇਨਸਾਨ ਦੇ ਵਾਸਤੇ 'ਚ ਨਹੀਂ ਆਉਂਦੀਆਂ। ਕਿੰਨੇ ਲੋਕ ਇਸ ਆਪਣੀ ਦੁਨੀਆ 'ਚ ਵੇਖਣੇ, ਆਪਣੇ ਮਾਸ਼ਰੇ 'ਚ ਵੇਖਣੇ ਆ, ਉਹ ਦੁਨੀਆ 'ਤੇ ਆਏ, ਉਹਨਾਂ ਨੇ ਇੱਕ ਨੌਕਰੀ ਕੀਤੀ, ਸ਼ਾਦੀ ਕੀਤੀ, ਬੱਚੇ ਕੀਤੇ, ਪੈਦਾ ਕੀਤੇ, ਦੁਨੀਆ ਤੋਂ ਚਲੇ ਗਏ। ਅਕਸਰੀਅਤ ਇਵੇਂ ਹੈ ਨਾ, ਔਰ ਅਕਸਰੀਅਤ ਵਿੱਚ ਮੁਹੱਬਤ ਵਾਲਾ ਐਲੀਮੈਂਟ ਹੈ ਹੀ ਨਹੀਂ। ਜ਼ਿਆਦਾਤਰ ਲੋਕਾਂ ਨੂੰ ਮੈਂ ਦੇਖਿਆ, ਕਿਸੇ ਨੂੰ ਕੀ ਤੁਸੀਂ ਆਪਣੇ ਰਾਊਂਡ ਅਬਾਊਟ ਹੀ ਹਰ ਇਨਸਾਨ ਦੇ ਕਿ 2-4 ਦੋਸਤ ਤੇ ਹੁੰਦੇ ਨੇ ਨਾ, ਜਾਂ ਫੈਮਿਲੀ ਮੈਂਬਰ ਜਾਂ ਕੋਈ ਵੀ ਲਾ ਲਓ, ਕ੍ਰਾਈਟੇਰੀਆ ਹਰ ਇਨਸਾਨ ਦਾ ਹੈ ਕਿ ਉਹਦੇ 2-4 ਦੋਸਤ ਤੇ ਹੁੰਦੇ ਹੀ ਨੇ। ਔਰ 2-4 ਦੋਸਤਾਂ ਦੇ ਵਿੱਚੋਂ ਤੁਸੀਂ ਕਦੇ ਗੌਰ ਕਰਿਆ ਜੇ ਕਿ ਕੋਈ ਇੱਕ ਬੰਦੇ ਵਿੱਚ ਵੀ ਉਹ ਮੁਹੱਬਤ ਵਾਲੇ ਐਲੀਮੈਂਟ ਹੈਗੇ ਨੇ? ਹਰ ਬੰਦਾ ਮਤਲਬ ਟਾਈਮ ਪਾਸ, ਜ਼ਿਆਦਾਤਰ ਯਾਨੀ ਕਿ ਸ਼ਾਦੀਆਂ ਵੀ ਟਾਈਮ ਪਾਸ, ਯਾਨੀ ਕਿ ਇੱਕ ਅੱਲਾਹ ਤਾਲਾ ਦਾ ਹੁਕਮ ਹੈ, ਉਹ ਅਸੀਂ ਕਰਨੇ ਆ ਸਾਰੇ ਮਾਮਲਾਤ। ਲੇਕਿਨ ਉਹ ਸੱਚਾ ਇਸ਼ਕ, ਉਹ ਸੱਚੀ ਮੁਹੱਬਤ, ਉਹ ਫੀਲਿੰਗ ਨਹੀਂ ਹੈ। ਔਰ ਜਿਨ੍ਹਾਂ ਦੇ ਕੋਲ ਹੈ, ਉਹ ਬਹੁਤ ਸਾਰੀਆਂ ਐਸੀਆਂ, ਮੈਂ ਕੁਝ ਖਵਾਤੀਨ ਨੂੰ ਵੀ ਜਾਣਨਾ ਕਿ ਜਿਨ੍ਹਾਂ ਨੂੰ ਅੱਲਾ ਨੇ ਮੁਹੱਬਤ ਲਈ ਸਿਲੈਕਟ ਕੀਤਾ, ਉਹਨਾਂ ਨੇ ਸਾਰੀ ਜ਼ਿੰਦਗੀ ਮੁਹੱਬਤ ਕਰਕੇ ਦਿਖਾਇਆ। ਉਹਨਾਂ ਨੇ ਭਾਵੇਂ ਕੁਲੀ ਦਾ ਕਹਿੰਦੇ ਕੱਖ ਨਹੀਂ ਰਿਹਾ, ਲੇਕਿਨ ਉਹਨਾਂ ਨੇ ਮੁਹੱਬਤ 'ਤੇ ਆਂਚ ਨਹੀਂ ਆਉਣ ਦਿੱਤੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਕੋਈ ਸਾਨੂੰ ਇੰਝ ਕਵੇ ਜਾਂ ਉਹਨੂੰ ਇੰਝ ਕਵੇ। ਜ਼ਿੰਦਗੀ ਨਾਲ ਰਹਿਣਾ, ਮੈਂ ਅਕਸਰ ਕਹਿੰਦਾ ਨਾ ਕਿ ਮੁਹੱਬਤ ਅਸੀਂ ਸਾਡੀ ਥਿੰਕਿੰਗ ਹੀ ਥੋੜ੍ਹੀ ਜਿਹੀ ਨਾ ਯਾਨੀ ਕਿ ਅਜੀਬ ਹੈ ਅੱਜ ਕੱਲ੍ਹ ਸਾਡੇ ਮਾਸ਼ਰੇ 'ਚ, ਕਿ ਮੁਹੱਬਤ ਨੂੰ ਸਮਝਿਆ ਜਾਂਦਾ ਹੈ ਕਿ ਮੁਹੱਬਤ ਨਾਲ ਹੀ ਹੋਵੇ ਅਤੇ ਫਿਰ ਤੁਹਾਡੀ ਮੁਹੱਬਤ ਹੈ। ਤੁਹਾਡੇ ਨਾਲ ਪੈਕੇਜ 'ਤੇ ਗੱਲਾਂ ਕਰੇ ਫਿਰ ਹੀ ਤੁਹਾਡੇ ਨਾਲ ਮੁਹੱਬਤ ਹੈ। ਰੋਜ਼ ਰਾਬਤਾ ਕਰੇ ਫਿਰ ਹੀ ਤੁਹਾਡੇ ਨਾਲ ਮੁਹੱਬਤ ਹੈ। ਅਗਰ ਰੋਜ਼ ਰਾਬਤਾ ਨਹੀਂ ਕਰਦੇ ਜਾਂ ਘੰਟਾ ਗੱਲਾਂ ਨਹੀਂ ਕਰਦੇ ਤਾਂ ਕਹਿੰਦੇ ਜੀ ਮੁਹੱਬਤ ਹੀ ਨਹੀਂ, ਮੁਹੱਬਤ ਖਤਮ। ਜਦਕਿ ਮੁਹੱਬਤ ਨਾਲ ਇਹਨਾਂ ਚੀਜ਼ਾਂ ਦਾ ਕੋਈ ਰਿਸ਼ਤਾ ਹੀ ਨਹੀਂ। ਹਾਂ, ਹੋਣਾ ਚਾਹੀਦਾ, ਰਾਬਤਾ ਹੋਣਾ ਚਾਹੀਦਾ, ਲੇਕਿਨ ਉਹਨਾਂ ਕੁ ਹੋਣਾ ਚਾਹੀਦਾ ਜਿਹਦੇ ਵਿੱਚ ਉਹ ਕਸ਼ਿਸ਼ ਦਾ ਐਲੀਮੈਂਟ ਰਵੇ। ਕਿਉਂਕਿ ਕੋਈ ਵੀ ਚੀਜ਼ ਹੈ ਨਾ, ਕਿਸੇ ਵੀ ਚੀਜ਼ ਨੂੰ, ਦੁਨੀਆ ਦੀ ਜਿੰਨੀਆਂ ਚੀਜ਼ਾਂ ਵੀ ਨਹੀਂ ਬਣੀਆਂ ਨੇ, ਤੁਸੀਂ ਉਹਨੂੰ ਹੱਦ ਤੋਂ ਜ਼ਿਆਦਾ ਯੂਟੀਲਾਈਜ਼ ਕਰੋਗੇ ਨਾ ਅਤੇ ਉਹਦੀ ਵੈਲਿਊ ਘੱਟ ਜਾਏਗੀ, ਉਹਦੀ ਉਹ ਵੈਲਿਊ ਨਹੀਂ ਰਹਿਣੀ। ਪਹਿਲੇ ਵੈਲਿਊ ਘਟੇਗੀ, ਫਿਰ ਉਹਨੇ ਤੁਹਾਨੂੰ ਨੁਕਸਾਨ ਦੇਣਾ ਸ਼ੁਰੂ ਕਰ ਦੇਣਾ। ਫਾਰ ਐਗਜ਼ਾਮਪਲ, ਖਾਣ ਪੀਣ ਦੀ ਚੀਜ਼ ਹੀ ਲਾ ਲਓ ਤੁਸੀਂ। ਅਸੀਂ ਕਹਿੰਦੇ ਹਾਂ ਨਾ ਜਨਾਬ ਕਿ ਪੁਰਾਣੇ ਵਕਤਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ, ਹੁਣ ਵੀ ਯਾਨੀ ਕਿ ਦੇਸੀ ਘੀ 'ਚ ਬੜੀ ਪਾਵਰ ਹੈ ਜੀ। ਦੇਸੀ ਘੀ ਜਾਂ ਕੁਝ ਕਹਿੰਦੇ ਜੀ, ਆਮ ਅਸੀਂ ਇੱਕ ਕਾਮਨ ਜਿਹਾ ਫਿਕਰਾ ਸੁਣਿਆ ਜੀ, ਗੋਸ਼ਤ ਖਾਣ ਨੂੰ ਨਹੀਂ ਲੱਭਦਾ। ਕੋਈ ਵੀ ਚੀਜ਼ ਹੈ, ਅਸੀਂ ਬੱਕਰਾ ਈਦ ਦੇ ਦਿਨ 'ਚ ਬੋਟੀਆਂ ਨੂੰ ਵੇਖਣ 'ਤੇ ਲੋਕਾਂ ਦਾ ਯਾਨੀ ਕਿ ਦਿਲ ਨਹੀਂ ਕਰਦਾ, ਯਾਨੀ ਕਿ ਖਾ ਕੇ ਜਦੋਂ ਹੱਥ ਤੋਂ ਜ਼ਿਆਦਾ ਹੋ ਜਾਂਦੀਆਂ ਨੇ, ਜਾਂ ਹਰ ਪਾਸੇ ਬੰਦਾ ਵਹਿੰਦਾ ਗੋਸ਼ਤ ਹੀ ਪੱਕਿਆ, ਉੱਧਰ ਵੀ ਗੋਸ਼ਤ ਪੱਕਿਆ, ਉੱਧਰ ਵੀ ਪੱਕਿਆ, ਅਤੇ ਉਹ ਜ਼ਿਆਦਾ ਯੂਟੀਲਾਈਜ਼ ਕਰਨ ਨਾਲ ਨਾ ਉਹ ਅੰਦਰ ਉਹ ਫੀਲਿੰਗ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਮੁਹੱਬਤ ਦੇ ਵੀ ਮਾਮਲਾਤ ਨੇ। ਕੋਈ ਵੀ ਚੀਜ਼ ਹੱਦ ਤੋਂ ਜ਼ਿਆਦਾ ਇਸਤੇਮਾਲ ਕਰੋਗੇ ਤਾਂ ਪਹਿਲੇ ਸਾਈਡ ਇਫੈਕਟ ਦੇਵੇਗੀ, ਫਿਰ ਉਹ ਜ਼ਿਆਦਾ ਨੁਕਸਾਨ ਦੇਵੇਗੀ। ਲੇਕਿਨ ਮੁਹੱਬਤ ਨੂੰ ਸਮਝਣ ਵਾਸਤੇ ਉਸ ਤਰ੍ਹਾਂ ਦਾ ਹੋਣਾ, ਇਹ ਹਰ ਇਨਸਾਨ ਦੇ ਵਾਸਤੇ ਦਾ ਕੰਮ ਨਹੀਂ, ਅਤੇ ਨਾ ਹੀ ਹਰ ਇਨਸਾਨ ਹੋ ਸਕਦਾ। ਅਗਰ ਐਸਾ ਹੁੰਦਾ ਅਤੇ ਫਿਰ ਸਾਨੂੰ ਕੋਈ ਨਜ਼ਰ ਆ ਜਾਏ ਖਤਮ ਨਹੀਂ ਹੋਈ ਮੁਹੱਬਤ ਦੁਨੀਆ 'ਤੇ। ਮੈਂ ਇਸ ਚੀਜ਼ ਨਾਲ ਵੀ ਐਗਰੀ ਨਹੀਂ ਕਰਦਾ। ਮੈਂ ਨਹੀਂ ਕਹਿੰਦਾ ਕਿ ਮੁਹੱਬਤ ਹੈ ਨਹੀਂ, ਮੁਹੱਬਤ ਨਹੀਂ ਹੈ ਤਾਂ ਫਿਰ ਕੁਛ ਵੀ ਨਹੀਂ, ਮੁਹੱਬਤ ਹੈ। ਲੇਕਿਨ ਜਿਸ ਤਰ੍ਹਾਂ ਕਹਿੰਦੇ ਨਾ ਕਿ ਜਨਾਬ ਲੋਹੇ ਲੈ ਲੈਣ ਦੇ ਭਾਅ ਸਾਰਾ ਸਿਸਟਮ ਹੋਇਆ ਪਿਆ। ਹਰ ਇਨਸਾਨ, ਜਿਹੜੇ ਮੁਹੱਬਤ ਕਰਨ ਵਾਲੇ ਨੇ ਉਹ ਵੀ ਉਸੇ ਖਾਤੇ ਆਏ ਪਏ ਨੇ, ਅਤੇ ਜਿਹੜੇ 2 ਨੰਬਰੀਆਂ ਕਰਨ ਵਾਲੇ ਉਹ ਵੀ ਉਸੇ ਖਾਤੇ ਆਏ ਪਏ। ਅੱਜ ਕੱਲ੍ਹ ਐਤਮਾਦ ਹੀ ਨਹੀਂ ਰਹਿ ਗਿਆ, ਇਤਬਾਰ ਹੀ ਨਹੀਂ ਰਹਿ ਗਿਆ। ਡੱਸੇ ਅਸੀਂ ਇੰਨੇ ਜਾ ਚੁੱਕੇ ਹਾਂ ਦੁਨੀਆ ਤੋਂ, ਅਸੀਂ ਇੱਕ ਦੂਸਰੇ ਨੂੰ ਦੱਸ ਕੇ ਹਾਲਤ ਇਹ ਕਰਦੀ, ਕਿਸੇ ਦੀ ਇਤਬਾਰ ਹੀ ਨਹੀਂ ਕੀਤਾ ਜਾ ਸਕਦਾ। ਅਤੇ ਉਹ ਇਸੇ ਚੀਜ਼ ਤੋਂ ਸ਼ੇਰ ਮੈਂ ਤੁਹਾਨੂੰ ਸੁਣਾ ਰਿਹਾ ਸੀ ਕਿ ਔਰ ਕਿਆ ਦੇਖਣੇ ਕੋ ਬਾਕੀ ਹੈ, ਮਤਲਬ ਕਿੰਨਾ ਕੁ ਵੇਖੇ ਬੰਦਾ ਕਿਸੇ ਨੂੰ, ਕਿੰਨਾ ਕੁ ਗੌਰ ਕਰੇ, ਕਿੰਨੇ ਕੁ ਚਾਂਸ ਦੇਵੇ, ਕਿੰਨਾ ਕੁ। ਆਖਰ ਇੱਕ ਜਗ੍ਹਾ ਆਉਂਦੀ ਹੈ, ਇੱਕ ਪੁਆਇੰਟ ਆਉਂਦਾ ਹੈ ਕਿ ਮੁਹੱਬਤ ਵਿੱਚ ਵੀ ਨਾ
ਮੈਂ ਅਕਸਰ ਕਹਿੰਦਾ ਨਾ ਕਿ ਮੁਹੱਬਤ ਵਿੱਚ ਜਦੋਂ ਕਿਸੇ ਤੋਂ ਵਿਛੜਨਾ ਹੈ ਜਾਂ ਕੋਈ ਤੁਹਾਡੇ ਮਿਆਰ 'ਤੇ ਪੂਰਾ ਨਹੀਂ ਉਤਰ ਰਿਹਾ, ਕੋਈ ਤੁਹਾਨੂੰ ਯਾਨੀ ਬਾਰ-ਬਾਰ ਸਮਝਾਉਣ ਦੇ ਬਾਵਜੂਦ ਯਾਨੀ ਕਿ ਤੁਹਾਡੀ ਸੈਟਲਮੈਂਟ ਨਹੀਂ ਹੋ ਰਹੀ, ਅਤੇ ਉਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਲੋਕਾਂ ਅੱਗੇ ਉਹਨੂੰ ਬੁਰਾ ਕਹਿਣਾ ਸ਼ੁਰੂ ਕਰ ਦਿਓ ਜਾਂ ਉਹ ਤੁਹਾਨੂੰ ਲੋਕਾਂ ਅੱਗੇ ਬੁਰਾ ਕਹਿਣਾ ਸ਼ੁਰੂ ਕਰ ਦੇਵੇ, ਜਾਂ ਤੁਸੀਂ ਕਹੋ ਜੀ ਉਹਦੇ 'ਚ ਇਹ ਖਰਾਬੀਆਂ ਨੇ, ਇਹ ਚੀਜ਼ਾਂ ਨੇ, ਇਹ ਮਾਮਲਾਤ ਨੇ, ਮੈਂ ਉਹਦੇ ਦੂਰ ਆ। ਦੁਨੀਆ ਨੂੰ ਤਮਾਸ਼ਾ ਨਹੀਂ ਦਿਖਾਉਣਾ ਚਾਹੀਦਾ। ਅਗਰ ਕਿਸੇ ਨਾਲ ਅਲੱਗ ਹੋਣਾ ਹੈ ਤੇ ਫੋਨ ਕਰੋ ਉਹਨੂੰ, ਲੇਕਿਨ ਇਹ ਆਖਰੀ ਸਟੇਜ ਮੈਂ ਗੱਲ ਕਰ ਰਿਹਾ। ਪਹਿਲੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨੂੰ ਮਾਮਲਾਤ ਨੂੰ ਸੈਟਲ ਕਰੋ। ਅਗਰ ਨਹੀਂ ਹੁੰਦੇ, ਜਦੋਂ ਬੰਦਾ ਅਸਲੋਂ ਨੱਕ ਦੀਆਂ ਖਾ ਜਾਏ ਨਾ, ਤਾਂ ਉਦੋਂ ਫਿਰ ਉਹਨੂੰ ਗਾਲੀ ਗਲੋਚ ਨਾ ਕਰੋ, ਕਿਸੇ ਅੱਗੇ ਬੁਰਾ ਭਲਾ ਨਾ ਕਹੋ। ਉਹਨੂੰ ਛੱਡਣਾ ਵੀ ਹੈ ਤਾਂ ਉਹਨੂੰ ਬੁਲਾਓ ਜੀ, ਕਿਧਰੇ ਚਾਹ ਪੀਂਦੇ, ਕਿਸੇ ਚਾਹ ਪੁਆਇੰਟ 'ਤੇ ਬੁਲਾ ਲਓ, ਕਿਧਰੇ ਖਾਣਾ ਖਿਲਾ ਦਿਓ, ਅੱਛੇ ਤਰੀਕੇ ਖਾਣਾ ਖਾਓ, ਅੱਛੇ ਤਰੀਕੇ ਚਾਹ ਪੀਓ, ਅੱਛੇ ਤਰੀਕੇ ਸਲਾਮ ਦੁਆ ਲਓ, ਔਰ ਅੱਛੇ ਤਰੀਕੇ ਉਹਨੂੰ ਕਹੋ ਕਿ ਅੱਜ ਤੋਂ ਬਾਅਦ ਅੱਲਾ ਹਾਫਿਜ਼, ਮੈਂ ਤੁਹਾਡੇ ਲਈ ਨਹੀਂ ਅਤੇ ਤੁਸੀਂ ਮੇਰੇ ਲਈ ਨਹੀਂ। ਇਹ ਜਦੋਂ ਨਾ ਇਹ ਅਲਫਾਜ਼ ਤੁਸੀਂ ਕਹੋਗੇ ਨਾ, ਤਾਂ ਇੱਕ ਵਾਰੀ ਉਹਦੇ ਵੀ ਪੈਰ ਰੁਕਣਗੇ ਜਿਹਨੂੰ ਤੁਸੀਂ ਅੱਲਾ ਹਾਫਿਜ਼ ਕਹੋਗੇ। ਅਤੇ ਤੁਸੀਂ ਤਾਂ ਪਹਿਲੇ ਤਿਆਰ ਹੋਣਾ ਮਾਈਂਡਲੀ ਤੌਰ 'ਤੇ, ਲੇਕਿਨ ਅਗਲਾ ਬੰਦਾ ਸ਼ਾਇਦ ਤਿਆਰ ਨਹੀਂ ਹੁੰਦਾ। ਪੈਰਾਂ ਥੱਲੇ ਜਦੋਂ ਜ਼ਮੀਨ ਰਿਸਕਦੀ ਹੈ ਨਾ, ਫਿਰ ਉਹ ਪੂਰੀ ਫਿਲਮ ਮਾਜ਼ੀ ਦੀ ਸਾਰੀ ਦਿਮਾਗ ਵਿੱਚ ਚੱਲਦੀ। ਉਹ ਬੰਦਾ ਤੁਹਾਨੂੰ ਛੱਡ ਤੇ ਜਾਏਗਾ, ਤੁਹਾਡੇ ਤੋਂ ਦੂਰ ਤੇ ਚਲਾ ਜਾਏਗਾ, ਲੇਕਿਨ ਸਾਰੀ ਜ਼ਿੰਦਗੀ ਉਸ ਬੰਦੇ ਨੂੰ ਬੇਲਚਿਆਂ ਨਾਲ ਪੁੱਟ ਕੇ ਵੀ ਤੁਸੀਂ ਉਹਦੇ ਦਿਲ 'ਚੋਂ ਤੁਹਾਨੂੰ ਕੋਈ ਨਹੀਂ ਕੱਢ ਸਕਦਾ, ਜਿਵੇਂ ਮਰਜ਼ੀ ਕਰ ਲਓ। ਅਗਰ ਅੱਛੇ ਤਰੀਕੇ ਨਾਲ ਤੁਸੀਂ ਕਿਸੇ ਨੂੰ ਛੱਡਿਆ ਨਾ, ਸਾਰੀ ਜ਼ਿੰਦਗੀ ਤੁਹਾਡੀ ਰਿਸਪੈਕਟ ਉਸ ਇਨਸਾਨ ਦੇ ਦਿਲ 'ਚ ਰਹੇਗੀ, ਚਾਹੇ ਉਹ ਮਰਦ ਹੈ ਜਾਂ ਔਰਤ ਹੈ। ਲੇਕਿਨ ਅਗਰ ਤੁਸੀਂ ਗਾਲੀ ਗਲੋਚ ਕਰਕੇ, ਮੰਦਾ ਚੰਗਾ ਕਰਕੇ ਛੱਡੋਗੇ, ਤੇ ਉਹ ਮੇਰਾ ਖਿਆਲ ਕਿ ਮੁਹੱਬਤ ਦੀ ਤਾਹੀਨ ਹੈ। ਬਹੁਤ ਸਾਰੇ ਲੋਕ ਐਸੇ ਨੇ, ਮੈਂ ਦੇਖਣਾ ਕਿ ਸ਼ਾਦੀ ਕੀਤੀ, ਸ਼ਾਦੀ ਤੋਂ ਬਾਅਦ ਨਹੀਂ ਸੈਟਲਮੈਂਟ ਹੋ ਰਹੀ, ਅਤੇ ਛੱਡ ਦਿੱਤਾ ਜੀ, ਛੱਡ ਦਿੱਤਾ। ਅਤੇ ਉਸ ਤੋਂ ਬਾਅਦ ਦੂਸਰੇ ਮਾਮਲਾਤ, ਕੁੜੀ ਕੋਲੋਂ ਕੱਪੜੇ ਵੀ ਲੈ ਲਓ, ਕੁੜੀ ਕੋਲੋਂ ਮੇਕਅਪ ਵੀ ਲੈ ਲਓ, ਕੁੜੀ ਕੋਲੋਂ ਜ਼ੇਵਰ ਵੀ ਲੈ ਲਓ, ਇਹ ਸਾਰੀਆਂ ਚੀਜ਼ਾਂ ਉਹਦੇ ਕੋਲ ਖਿੱਚ ਲਓ, ਵਾਪਸ ਲੈ ਲਓ ਜੀ, ਖਤਮ ਹੋ ਗਿਆ ਜੀ ਰਿਸ਼ਤਾ। ਮੈਂ ਕਹਿੰਦਾ ਇਹ ਵੀ ਮੁਹੱਬਤ ਦੀ ਤਾਹੀਨ ਹੈ, ਔਰ ਔਰਤ ਦੀ ਵੀ ਤਾਹੀਨ ਹੈ, ਕਿਉਂਕਿ ਜੋ ਕੁਛ ਦੇ ਦਿੱਤਾ ਉਹਦਾ ਕੀ ਲੈਣਾ। ਔਰ ਇਹ ਤਾਂ ਸਾਡੇ ਦੀਨ ਵਿੱਚ ਵੀ ਇਸ ਚੀਜ਼ ਨੂੰ ਬੁਰਾ ਸਮਝਿਆ ਗਿਆ। ਔਰ ਐਸੇ ਮੈਂ ਲੋਕ ਦੇਖੇ ਜਿਹੜੇ ਔਰਤਾਂ ਕੋਲ ਕੱਪੜੇ ਵੀ ਵਾਪਸ ਲੈ ਲੈਂਦੇ ਨੇ। ਜੋ ਕੱਪੜੇ ਉਹਨੂੰ ਦੇ ਦਿੱਤੇ ਉਹ ਆਉਂਦੇ ਨੇ, ਜੋ ਜ਼ੇਵਰ ਉਹਨੂੰ ਦੇ ਦਿੱਤਾ, ਇਸਲਾਮੀ ਤਰੀਕੇ ਨਾਲ ਤਾਂ ਨਹੀਂ ਲੈਣਾ ਚਾਹੀਦਾ, ਲੇਕਿਨ ਲੋਕ ਨਹੀਂ ਛੱਡਦੇ, ਲੈ ਲੈਂਦੇ ਨੇ। ਉਸ ਦੇ ਬਾਵਜੂਦ ਬੁਰਾ ਭਲਾ, ਫਿਰ ਬੁਰਾ ਭਲਾ ਚਲੋ ਸਾਰਾ ਕੁਝ ਤੁਸੀਂ ਕਰ ਲਿਆ ਆਪਣੀ ਮਰਜ਼ੀ ਦਾ, ਉਹਨੂੰ ਬੁਰਾ ਤੇ ਨਾ ਕਹੋ। ਇਹ ਚੀਜ਼ਾਂ ਥੋੜ੍ਹੀ ਜਿਹੀ ਆਪਣੀ ਜ਼ਿੰਦਗੀ 'ਚ ਲਾਓ। ਇਹ ਜ਼ਿੰਦਗੀ 'ਚ ਆਉਣਗੀਆਂ ਨਾ, ਅਤੇ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਖੂਬਸੂਰਤ ਲੱਗੋਗੇ। ਦੁਨੀਆ ਪਹਾੜ 'ਚ ਜਾਏ, ਦੁਨੀਆ ਨੂੰ ਕੋਈ ਚੀਜ਼ ਕਦੀ ਸਮਝ ਨਹੀਂ ਆਉਂਦੀ, ਦੁਨੀਆ ਦੀ ਮਰਜ਼ੀ ਦੇ ਮੁਤਾਬਿਕ ਕੋਈ ਕੁਛ ਨਹੀਂ ਤੁਸੀਂ ਕਰ ਸਕਦੇ। ਆਪਣੇ ਆਪ ਨੂੰ ਸੈਟਿਸਫੈਕਸ਼ਨ ਦੇਣ ਵਾਸਤੇ ਤੁਸੀਂ ਆਪਣੇ ਆਪ ਨੂੰ ਪੋਜ਼ੀਟਿਵ ਕਰੋਗੇ ਅਤੇ ਸਾਰਾ ਕੁਝ ਪੋਜ਼ੀਟਿਵ ਹੋ ਜਾਵੇਗਾ। ਸ਼ਾਇਰ ਹਜ਼ਰਾਤ ਜਿੰਨੇ ਵੀ ਨੇ, ਲਿਖਾਰੀ ਨੇ ਜਿੰਨੇ, ਉਹਨਾਂ ਨੇ ਕਿਸ ਚੀਜ਼ 'ਤੇ ਜ਼ੋਰ ਦਿੱਤਾ? ਉਹਨਾਂ ਨੇ ਇਸ ਚੀਜ਼ 'ਤੇ ਜ਼ੋਰ ਦਿੱਤਾ ਨਾ, ਇਨਸਾਨੀਅਤ ਕੀ ਹੈ, ਇਨਸਾਨ ਨਾਲ ਪਿਆਰ ਕੀ ਹੈ, ਇਨਸਾਨ ਦੇ ਜਜ਼ਬਾਤ ਕੀ ਨੇ, ਮੁਹੱਬਤ ਦੇ ਇਜ਼ਹਾਰ ਕੀ ਨੇ। ਮੌਸਮਾਂ ਨਾਲ ਤਸ਼ਬੀਹ ਦੇ ਕੇ, ਵਾਲਾਂ ਨਾਲ ਤਸ਼ਬੀਹ ਦੇ ਕੇ, ਖੂਬਸੂਰਤੀ ਨਾਲ ਤਸ਼ਬੀਹ ਦੇ ਕੇ, ਕਾਲੀਆਂ ਰਾਤਾਂ ਨਾਲ ਤਸ਼ਬੀਹ ਦੇ ਕੇ ਉਹਨਾਂ ਨੇ ਦੱਸਿਆ ਆਪਣੀ ਸ਼ਾਇਰੀ ਦੇ ਅੰਦਾਜ਼ ਵਿੱਚ। ਲੇਕਿਨ ਦਰਸ ਐਂਡ 'ਤੇ ਸਾਰਾ ਜਿਹੜਾ ਨਿਚੋੜ ਸ਼ਾਇਰੀ ਦਾ, ਫੈਜ਼ ਅਹਿਮਦ ਫੈਜ਼ ਸਾਹਿਬ ਹੋਵਣ, ਮੀਰ ਸਾਹਿਬ ਹੋਵਣ, ਮਿਰਜ਼ਾ ਗਾਲਿਬ ਸਾਹਿਬ ਹੋਵਣ, ਜਿੰਨੇ ਵੀ ਸ਼ਾਇਰ ਨੇ, ਐਂਡ ਉਹਨਾਂ ਦਾ ਮੁਹੱਬਤ ਦਾ ਪੈਗਾਮ ਹੁੰਦਾ, ਸਰਦਾਂ ਨੂੰ ਮਿਲਾਉਣ ਦਾ ਮੁਕਾਮ ਹੁੰਦਾ, ਆਪਸ ਵਿੱਚ ਮੁਹੱਬਤਾਂ ਮਜ਼ੀਦ ਵਧਾਉਣ ਦਾ ਉਹਨਾਂ ਦਾ ਟਾਰਗੇਟ ਹੁੰਦਾ अपने कलाम के जरिए। ठीक हो गया। इसलिए और क्या देखने को बाकी है, आपसे दिल लगा के देख तो लिया, और क्या देखने को बाकी है, आपसे दिल लगा के देख तो लिया। मतलब कि दिल ला के जी जलालत हो गई है, अगों भी वही होनी है, किसी पास भी होनी है, तो यही तकलीफ हो रही है ना। तो तकलीफां कहते आ कि खत्म हो जांदियां, हर एक का रियलाइज़ करने का अपना सिस्टम होंदा, लेकिन मैं कहना खत्म नहीं होंदियां, तकलीफां नाल ही रहिंदियां ने, सिर्फ उन्हां सहण दा बंदा आदी हो जांदा। वो तकलीफां अंदर चलदियां रहिंदियां ने, इंसान दे माजी दे जो मामलात या कोई तकलीफां, कोई चोटां, कोई सारी जिंदगी दे जो मामलात होंदे ने, इंसान नूं अंदर टॉलरेंस आ जांदी है, बर्दाश्त आ जांदी कि उन्हां तकलीफां दे नाल जिंदा रहना शुरू कर दिंदा। हुण मैं एक जगह ते पढ़िया सी कि इंसान ते तकरीबन
20-25 ਸਾਲ ਦੀ ਉਮਰ 'ਚ ਹੀ ਖਾਸ ਕਰ ਮਰਦ ਜਿਹੜੇ ਨੇ ਉਹ ਮਰ ਜਾਂਦੇ ਨੇ। ਸਿਰਫ ਉਹਨਾਂ ਨੂੰ ਦਫਨਾਇਆ 60-70 ਸਾਲ ਦੀ ਉਮਰ 'ਚ ਜਾਂਦਾ, ਕਿਉਂਕਿ ਮਰਦਾਂ ਦੇ ਅੰਦਰ ਵੀ 25 ਸਾਲ 30 ਸਾਲ ਤੋਂ ਪਹਿਲੇ ਸਾਰੇ ਨਾ ਇੰਨੀਆਂ ਕੋਈ ਜ਼ਿੰਮੇਦਾਰੀਆਂ ਆ ਜਾਂਦੀਆਂ ਨੇ, ਇੰਨੀਆਂ ਕੋਈ ਟੈਨਸ਼ਨਾਂ ਆ ਜਾਂਦੀਆਂ ਨੇ, ਇੰਨੇ ਕੋਈ ਮਾਮਲਾਤ ਆ ਜਾਂਦੇ ਨੇ, ਇੰਨੇ ਕੋਈ ਰੋਜ਼ੀ ਦੇ ਚੱਕਰ ਆ ਜਾਂਦੇ ਨੇ, ਸਾਰੀਆਂ ਚੀਜ਼ਾਂ। ਕੋਈ 25-30 ਸਾਲ ਦੀ ਉਮਰ 'ਚ ਨਾ ਵਿਚਾਰਾ ਐਵੇਂ ਸਮਝੋ ਕਿ ਉਹ ਅੰਦਰੋਂ ਖਤਮ ਹੁੰਦਾ, ਸਿਰਫ ਦਫਨਾਇਆ ਉਹਨੂੰ 60-70 ਸਾਲ ਜਿੰਦਾ ਅਗਰ ਤੇ ਉਸ ਤੋਂ ਬਾਅਦ ਜਾਂਦਾ, ਲੇਕਿਨ ਪਹਿਲੇ ਅੰਦਰੋਂ ਖਤਮ ਹੋ ਚੁੱਕਿਆ। ਤੁਸੀਂ ਦੇਖਿਆ ਹੋਵੇਗਾ ਆਮ ਸਾਡੇ ਮਾਸ਼ਰੇ 'ਚ ਜਦੋਂ ਜਿਸ ਤਰ੍ਹਾਂ ਜਿਹੜੀਆਂ ਮੇਰੀਆਂ ਭੈਣਾਂ ਬੀਵੀਆਂ ਬੇਟੀਆਂ ਸ਼ਾਦੀਆਂ ਸ਼ੁਦਾ ਨੇ ਔਰ ਉਹ ਜਿਨ੍ਹਾਂ ਦੀ ਸ਼ਾਦੀ ਕੋਈ 10-10 12-12 ਸਾਲ 15-15 ਸਾਲ ਹੋ ਗਏ ਨੇ, ਉਹ ਮੇਰੀ ਗੱਲ ਨਾਲ ਐਗਰੀ ਕਰਨਗੇ ਕਿ ਸਟਾਰਟ ਦੇ ਵਿੱਚ ਜਿਨ੍ਹਾਂ ਦੇ ਸ਼ੌਹਰ ਬੜੇ ਤਲਖ ਸਨ, ਬੜੇ ਗੁੱਸੇ ਵਾਲੇ ਸਨ, ਬੜੇ ਲੜਦੇ ਸੀ, ਜਾਂ ਆਮ ਕਾਮਨ ਇੱਕ ਫਿਕਰਾ ਸਾਡੇ ਬੀਬੀਆਂ ਕੋਲ ਮਿਲਦਾ, ਮਾਂ ਪਿੱਛੇ ਲੱਗਦਾ, ਭੈਣਾਂ ਪਿੱਛੇ ਲੱਗਦਾ, ਇਹ ਸਾਰੇ ਮਾਮਲਾਤ ਇਹ ਦੇਖਦੀਆਂ ਸੀ। ਜਦੋਂ 10-15 ਸਾਲ ਹੋ ਜਾਂਦੇ ਤੇ ਇਨਸਾਨ ਮਰਦ ਜਿਹੜਾ ਖਾਮੋਸ਼ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਅੰਦਰ ਉਹ ਚੀਜ਼ ਖਤਮ ਹੋਣੀ ਸ਼ੁਰੂ ਹੋ ਜਾਂਦੀ, ਉਹ ਗੁੱਸੇ ਵੀ ਘਟਦੇ ਜਾਂਦੇ ਨੇ, ਸਾਰੀਆਂ ਚੀਜ਼ਾਂ। ਜਿਹਦਾ ਮਤਲਬ ਇਹ ਹੀ ਹੈ ਨਾ ਕਿ ਜਿਹੜਾ ਬੰਦਾ ਅੰਦਰੋਂ ਮਰਿਆ ਉਹਨੇ ਕੀ ਸ਼ੋਰ ਪਾਣਾ, ਕੀ ਮਾਮਲਾਤ ਕਰਨੇ, ਉਹ ਫਿਰ ਕੁਝ ਹੋ ਵੀ ਜਾਵਣ ਤਾਂ ਉਹਦੀ ਕੋਸ਼ਿਸ਼ ਹੁੰਦੀ ਕਿ ਯਾਰ ਜਾਂਦੀ ਕਰੋ, ਯਾਰ ਠੰਡਾ ਕਰੋ, ਯਾਰ ਸਾਰੇ ਮਾਮਲਾਤ ਨੂੰ ਛੱਡੋ। वो दिल के तेरे लिए बेकरार अब भी है, वो दिल के तेरे लिए बेकरार अब भी है, वो आँख जिसको तेरा इंतज़ार अब भी है। फैज़ अहमद फैज़ साहब ग्रेट राइटर, खूबसूरत शायर, ਅੱਜ ਉਹਨਾਂ ਦੀ 37ਵੀਂ ਬਰਸੀ ਦੇ ਹਵਾਲੇ ਨਾਲ ਉਹਨਾਂ ਦੀ ਸ਼ਾਇਰੀ, ਉਹਨਾਂ ਦਾ ਕਲਾਮ ਤੁਹਾਡੇ ਤੱਕ ਪਹੁੰਚਾ ਰਿਹਾ। ਮੈਨੂੰ ਕਹਿੰਦੇ ਨੇ ਜ਼ੁਲਫਕਾਰ ਆਜ਼ਾਦ, ਔਰ ਤੁਸੀਂ ਦੇਖ ਔਰ ਸੁਣ ਰਹੇ ਜੀ FM 96 ਪੰਜਾਬ ਰੰਗ। ਔਰ ਉਹਨਾਂ ਦਾ ਇੱਕ ਬੜਾ ਖੂਬਸੂਰਤ ਹੋਰ ਸ਼ੇਰ ਮੇਰੇ ਮਾइंड 'ਚ ਆ ਰਿਹਾ, ਆਏ तो यूं जैसे हमेशा थे मेहरबान, आए तो यूं जैसे हमेशा थे मेहरबान, बोले तो यूं के गोया कभी आशना ना थे। और ये जनाब ਜਿਹੜੀਆਂ ਚੀਜ਼ਾਂ ਨੇ ਨਾ, ਇਹ ਮੁਹੱਬਤ ਔਰ ਪਿਆਰ ਔਰ ਖਲੂਸ, ਫੈਜ਼ ਅਹਿਮਦ ਫੈਜ਼ ਸਾਹਿਬ ਨੇ ਬਹੁਤ ਸਾਰੀ ਉਹਨਾਂ ਦੀਆਂ ਕਿਤਾਬਾਂ, ਬਹੁਤ ਸਾਰੇ ਉਹਨਾਂ ਦੇ ਕਲਾਮ ਜਿਹੜੇ ਅੱਜ ਵੀ, ਬਲਕਿ ਮੈਂ ਤਾਂ ਕਹਿੰਦਾ ਅੱਜ ਦੀ ਯੂਥ ਨੂੰ ਵੀ, ਯੰਗ ਜਨਰੇਸ਼ਨ ਨੂੰ ਵੀ ਪੜ੍ਹਨੇ ਚਾਹੀਦੇ ਨੇ। ਔਰ ਅੱਜ ਕੱਲ੍ਹ ਤਾਂ ਕਿਤਾਬਾਂ ਖਰੀਦਣਾ ਸਾਡੇ ਦੌਰ ਦੇ ਵਿੱਚ ਤੇ ਮੈਨੂੰ ਯਾਦ ਹੈ ਕਿ ਮੈਂ ਕਿਤਾਬਾਂ ਯਾਨੀ ਕਿ ਰੈਂਟ 'ਤੇ ਲਿਆਉਂਦੇ ਹੁੰਦੇ ਸੀ ਅਸੀਂ, ਨਾਵਲ, ਕਿਤਾਬਾਂ ਔਰ ਕਹਾਣੀਆਂ, ਜਦੋਂ ਮੈਟ੍ਰਿਕ ਦੌਰ ਸੀ ਤੇ ਰੈਂਟ 'ਤੇ ਲਿਆਉਣਾ ਔਰ 2-3 ਦਿਨਾਂ ਜਲਦੀ ਜਲਦੀ ਪੜ੍ਹਨੀ ਔਰ ਫਿਰ ਨਵੀਂ ਲਿਆਉਣੀ। ਔਰ ਇੱਕ ਮਜ਼ੇ ਦੀ ਗੱਲ ਮੈਨੂੰ ਯਾਦ ਆ ਗਈ ਕਿ ਮੇਰੇ ਇੱਕ ਦੋਸਤ ਹੈ ਔਰ ਮੈਟ੍ਰਿਕ ਤੱਕ ਵੀ ਅਸੀਂ ਇਕੱਠੇ ਪੜ੍ਹੇ, ਔਰ ਫਿਰ ਇੱਕ ਕਾਲਜ 'ਚ ਅਸੀਂ ਜਦੋਂ ਦਾਖਲਾ ਐਡਮਿਸ਼ਨ ਲਿਆ ਤੇ ਉੱਥੇ ਪੜ੍ਹਦੇ ਰਹੇ ਤੇ ਗਾਲਬਨ FA ਸੈਕਿੰਡ ਈਅਰ ਜਦੋਂ ਕਲੀਅਰ ਕੀਤੀ ਤੇ ਅਸੀਂ ਉਸ ਦੌਰ 'ਚ ਯਾਨੀ ਕਿ ਪੂਰੇ ਕਾਲਜ 'ਚ ਸਾਡੇ ਉੱਥੇ 219 ਲੜਕੇ ਸਨ ਜਿਨ੍ਹਾਂ ਨੇ FA ਦੇ ਐਗਜ਼ਾਮ ਦਿੱਤੇ ਸੀ, ਔਰ ਉਹਨਾਂ ਵਿੱਚੋਂ 19 ਲੜਕੇ ਜਿਹੜੇ ਸਨ ਉਹ ਯਾਨੀ ਕਿ ਪਾਸ ਹੋਏ ਸੀ, ਬਾਕੀ 200 ਕਿਸੇ ਦੀ ਸਪਲੀ ਔਰ ਕਿਸੇ ਦੇ ਕੀ ਮਾਮਲਾਤ ਯਾਨੀ ਕਿ ਫੇਲ ਹੋਏ ਜੋ ਵੀ ਆ। ਅਤੇ ਮੈਨੂੰ ਤਾਂ ਪਾਸ ਹੋਣ ਦੀ ਖੁਸ਼ੀ 'ਚ ਮਤਲਬ ਕਿ ਮੈਂ ਆਪਣੇ ਗਰੁੱਪ, ਜਿਹੜਾ ਮੇਰੇ ਦੋਸਤਾਂ ਦਾ ਗਰੁੱਪ ਸੀ ਨਾ, ਉਹਦੇ ਵਿੱਚ ਵੀ ਸਿਰਫ ਮੈਂ ਹੀ ਪਾਸ ਹੋਇਆ ਸੀ, ਬਾਕੀ 7-8 ਜਿਹੜੇ ਦੋਸਤ ਸੀ ਉਹਨਾਂ ਦੀ ਉਦੋਂ ਨਹੀਂ FA ਕਲੀਅਰ ਹੋਈ ਸੀ ਅਤੇ ਅੱਜ ਤੱਕ ਨਹੀਂ ਹੋਈ ਮਾਸ਼ਾਅੱਲਾ। ਕੁਝ ਦੋਸਤ ਐਸੇ ਨੇ ਕਿਉਂਕਿ ਦੁਬਾਰਾ ਟਰਾਈ ਨਹੀਂ ਕੀਤੀ, ਔਰ ਮੈਂ ਤਾਂ ਖੁਸ਼ੀ ਦੇ ਵਿੱਚ, ਮੈਨੂੰ ਯਾਦ ਨਹੀਂ ਸੀ। ਔਰ ਰਿਜ਼ਲਟ ਆਉਣ ਤੋਂ ਬਾਅਦ ਯਾਨੀ ਕਿ ਹਫ਼ਤਾ 10 ਦਿਨ ਬਾਅਦ ਮੇਰਾ ਉਹ ਦੋਸਤ ਮੇਰੇ ਘਰ ਆਇਆ ਅਤੇ ਮੈਂ ਰੂਟੀਨ ਤਰ੍ਹਾਂ ਜਿਵੇਂ ਕਾਲਜ ਜਾਈਦਾ ਸੀ ਅਤੇ ਕਹਿੰਦਾ ਕਾਲਜ ਚੱਲੀਏ। ਮੈਂ ਕਿਹਾ ਹੁਣ ਕੀ ਲੈਣ ਜਾਣਾ ਬਈ, ਹੁਣ ਤਾਂ ਰਿਜ਼ਲਟ ਕਾਰਡ ਘਰੇ ਆ ਗਿਆ ਤਾਂ ਹੁਣ ਕੀ ਜਾ ਕੇ ਕਰਨਾ। ਉਹ ਕਹਿੰਦਾ ਤੂੰ ਤਾਂ ਪਾਗਲ ਨੇ। ਮੈਂ ਕੀ ਹੋਇਆ? ਕਹਿੰਦਾ ਆਪਾਂ ਉੱਥੇ ਲਾਇਬ੍ਰੇਰੀ 'ਚ 500 ਰੁਪਈਆ ਸਿਕਿਉਰਿਟੀ ਜਮ੍ਹਾਂ ਕਰਾਈ ਹੋਈ ਹੈ, ਜਿਹੜੀ ਉਹਨਾਂ ਨੇ ਦਾਖਲੇ ਦੇ ਨਾਲ ਲਈ ਸੀ, ਅਤੇ ਉਹ 500 ਰੁਪਈਆ ਲੈ ਕੇ ਆਉਣਾ। ਇਹ ਹੁਣ ਅੱਜ ਤੋਂ 18 ਸਾਲ ਪਿੱਛੇ ਜਾਈਏ ਤਾਂ 500 ਬੜੀ ਚੀਜ਼ ਸੀ। ਅਤੇ ਮੈਂ ਕਿਹਾ ਅੱਛਾ ਉਹ ਵੀ ਆਪਾਂ ਲੈਣਾ? ਕਹਿੰਦਾ ਹਾਂ ਯਾਰ ਲੈਣਾ। ਮੈਨੂੰ ਨਾਲ ਲੈ ਕੇ ਗਿਆ ਕਾਲਜ, ਔਰ ਕਲਰਕ ਹਜ਼ਰਾਤ ਜਿਹੜੇ ਸਾਰੇ ਲਾਇਬ੍ਰੇਰੀ ਨਾਲ ਰੈਲੀਵੈਂਟ ਲੋਕ ਸਨ, ਅਤੇ ਉਹਦੇ ਕੋਲ ਕਿਤਾਬ ਸੀ ਅਤੇ ਕਿਤਾਬ ਮੇਰੇ ਵੀ ਘਰ ਪਈ ਸੀ, ਅਤੇ ਕਹਿੰਦਾ ਉਹ ਕਿਤਾਬਾਂ ਵਾਪਸ ਦੇਣੀਆਂ ਪੈਣੀਆਂ। ਅਤੇ ਮੈਂ ਕਿਹਾ ਯਾਰ ਜਿਹੜੀ ਮੈਂ ਕਿਤਾਬ ਲੈ ਕੇ ਆ 500 'ਚ ਮਹਿੰਗੀ ਤਾਂ ਨਹੀਂ? ਕਹਿੰਦਾ ਨਹੀਂ 500 ਲੈਣਾ। ਮੈਂ ਕਿਹਾ ਚਲੋ ਠੀਕ ਹੈ ਚੱਲਦੇ ਹਾਂ। ਅਸੀਂ ਚਲੇ ਗਏ ਔਰ ਜਨਾਬ ਉਹਨਾਂ ਨੇ, ਜ਼ਾਹਿਰ ਹੈ ਕਿ ਸਾਰਿਆਂ ਨੂੰ ਪੈਸੇ ਦੇ ਰਿਹਾ ਸੀ। ਅਸੀਂ ਜਦੋਂ ਗਏ ਅਤੇ ਖਾਸ ਕਰਕੇ ਮੇਰੀ ਜ਼ਿੰਦਗੀ 'ਚ ਖਸੂਸੀ ਅੱਲਾ ਦਾ ਇੱਕ ਖਾਸ ਕਰਮ ਰਿਹਾ, ਸਕੂਲ, ਕਾਲਜ, ਯੂਨੀਵਰਸਿਟੀ ਜਿੱਥੇ ਵੀ ਯਾਨੀ ਕਿ ਮੈਂ ਗਿਆ ਤਲੀਮ ਦੇ ਹਵਾਲੇ ਨਾਲ, ਉੱਥੇ ਇੱਕ ਐਸਾ ਮਾਹੌਲ, ਇੱਕ ਐਸੇ ਦੋਸਤ ਮੇਰੇ ਬਣ ਗਏ ਜਿਹੜੇ ਮੇਰੇ ਨਾਲ ਬੜਾ ਪਿਆਰ ਔਰ ਬੜੇ ਮੁਹੱਬਤ, ਖਾਸ ਕਰ ਮੇਰੇ ਲੈਕਚਰਾਰ, ਮੇਰੇ ਪ੍ਰੋਫੈਸਰ ਮੇਰੇ ਨਾਲ ਬੜਾ ਪਿਆਰ ਕਰਦੇ। ਇੱਕ ਅੱਲਾ ਦੀ ਤਰਫੋਂ ਹੈ ਸੀ। ਮੈਂ ਨਹੀਂ ਸਮਝਦਾ ਕਿ ਮੈਂ ਕੋਈ ਐਡਾ ਬੜਾ ਵੱਡਾ ਚੰਗਾ ਜਾਂ ਬੜਾ ਕਾਬਿਲ ਹਾਂ, ਲੇਕਿਨ ਇਹ ਹੈ ਕਿ ਖਸੂਸੀ ਮੁਹੱਬਤ ਅੱਲਾ ਨੇ ਮੇਰੇ ਹਿੱਸੇ 'ਚ ਰੱਖੀ, ਜਿਹੜੇ ਮੇਰੇ ਉਸਤਾਦ ਅਸਾਤਜ਼ਾ ਮੈਨੂੰ ਦਿੰਦੇ ਸਨ।
ਉਦੋਂ ਜਨਾਬ ਇਸੇ ਤਰ੍ਹਾਂ ਕਲਰਕ ਹਜ਼ਰਾਤ ਨਾਲ ਵੀ ਬੜਾ ਪਿਆਰ ਮੁਹੱਬਤ ਸੀ। ਅਸੀਂ ਲਾਇਬ੍ਰੇਰੀ 'ਚ ਗਏ ਇਨ ਹੋਏ ਹਾਂ ਅਤੇ ਬੈਠੇ ਹਾਂ ਅਤੇ ਉਹਨਾਂ ਨੇ ਕਿਹਾ, ਮੇਰੇ ਦੋਸਤ ਦਾ ਨਾਂ ਹੈ ਕੁਰਬਾਨ, ਉਹਨਾਂ ਨੇ ਕਿਹਾ ਜੀ ਸਾਡੇ ਪੈਸੇ ਦਿਓ 500 ਰੁਪਏ। ਅਤੇ ਉਹਨਾਂ ਨੇ ਮੇਰੇ ਮੂੰਹ ਵੱਲ ਵੇਖਿਆ ਅਤੇ ਮੈਂ ਮੁਸਕਰਾ ਪਿਆ ਅਤੇ ਜ਼ਾਹਿਰ ਦੇਣੇ ਤਾਂ ਸੀ। ਉਹਨਾਂ ਨੇ ਕਿਹਾ ਜੀ ਪੈਸੇ ਤਾਂ ਤੁਹਾਡੇ ਮੌਜੂਦ ਨੇ। ਅਤੇ ਉਹ ਕਹਿੰਦਾ ਫਿਰ ਮਸਲਾ ਕੀ? ਕਹਿੰਦਾ ਜੀ ਤੈਨੂੰ ਤਾਂ 500 ਅਸੀਂ ਦੇ ਦੇਵਾਂਗੇ ਲੇਕਿਨ ਆਜ਼ਾਦ ਦਾ 500 ਅਸੀਂ ਨਹੀਂ ਦੇਣਾ। ਅਤੇ ਉਹ ਕਹਿੰਦਾ ਜੀ ਉਹ ਕੀ ਮਸਲਾ? ਉਹ ਜ਼ਾਹਿਰ ਹੈ ਕਿ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਜਵੇਦ ਸਾਹਿਬ ਯਾਨੀ ਕਿ ਦੋਸਤ ਹੀ ਬਾਅਦ ਵਿੱਚ ਬਣ ਗਏ ਸੀ। ਉਹਨਾਂ ਨੇ ਕਿਹਾ ਜੀ ਅਸੀਂ ਆਜ਼ਾਦ ਦੇ ਪੈਸਿਆਂ ਦੇ ਨਾਲ ਤਾਂ ਪਾਰਟੀ ਕਰਨੀ, ਕੰਟੀਨ ਤੋਂ ਚੀਜ਼ਾਂ ਮੰਗਵਾਉਂਦੇ ਹਾਂ ਅਤੇ ਲਾਇਬ੍ਰੇਰੀ 'ਚ ਬਹਿ ਕੇ ਖਾਂਦੇ ਹਾਂ ਅਤੇ ਤੂੰ ਆਪਣਾ 500 ਲੈ ਜਾ। ਅਤੇ ਮੈਂ ਫੌਰਨ ਜਲਦੀ ਨਾਲ ਹਾਂ ਕਰ ਦਿਆ, ਮੈਂ ਕਿਹਾ ਠੀਕ ਹੈ ਯਾਰ ਇੰਜੋਏ ਕਰਨੇ ਆ। ਉਹ 500 ਦੀ ਚੀਜ਼ਾਂ ਮੰਗਾ ਮੂੰਗ ਕੇ ਅਸੀਂ ਜਿੰਨਾ ਉੱਥੇ ਲਾਇਬ੍ਰੇਰੀ 'ਚ ਖਾਧੀਆਂ ਖੁਦੀਆਂ ਔਰ ਅੱਛੇ ਤਰੀਕੇ ਨਾਲ ਸਲਾਮ ਦੁਆ ਮਿਲੇ। ਔਰ ਉਸ ਤੋਂ ਬਾਅਦ ਜ਼ਾਹਿਰ ਹੈ ਕਿ ਕਿੰਨੇ ਕਾਲਜ ਜਾਣਾ ਔਰ ਕਿੰਦੇ ਕੋਲ ਇੰਨਾ ਟਾਈਮ। ਉਸ ਤੋਂ ਬਾਅਦ ਫਿਰ ਮੈਂ ਲਾਹੌਰ ਆ ਗਿਆ ਸੀ ਅਤੇ ਰਸਤੇ 'ਚ ਮੇਰਾ ਦੋਸਤ ਮੈਨੂੰ ਕਹਿ ਰਿਹਾ ਸੀ, ਕਹਿੰਦਾ ਯਾਰ ਤੂੰ ਤਾਂ ਪਾਗਲ ਨੇ, ਤੂੰ 500 ਰੁਪਈਆ ਐਵੇਂ ਉੱਥੇ ਉਜਾੜ ਦਿੱਤਾ ਲਾਇਬ੍ਰੇਰੀ ਦੇ ਵਿੱਚ ਅਤੇ ਮੈਂ ਤਾਂ 500 ਲੈ ਆਇਆ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ 500 ਕਿੰਨੇ ਕੁ ਦਿਨ ਤੋਂ ਇਸਤੇਮਾਲ ਕਰ ਲਏਗਾ? ਅਤੇ ਕਹਿੰਦਾ ਕੀ ਮਤਲਬ ਤੇਰੇ ਤਰ੍ਹਾਂ ਪਾਗਲ ਤਾਂ ਨਹੀਂ ਮੈਂ ਉਜਾੜਦਾ। ਮੈਂ ਕਿਹਾ ਯਾਰ ਦੇਖ ਅਸੀਂ 2 ਸਾਲ ਉੱਥੇ ਕਾਲਜ 'ਚ ਪੜ੍ਹੇ ਹਾਂ ਅਤੇ ਉਹ ਕਿੰਨਾ ਪਿਆਰ ਕਰਦੇ ਸੀ, ਕਿੰਨੀ ਮੁਹੱਬਤ ਕਰਦੇ ਸੀ। ਕਈ ਦਫਾ ਤਾਂ ਐਸਾ ਹੁੰਦਾ ਸੀ ਕਿ ਉਹਨਾਂ ਨੇ ਚਾਹ ਮੰਗਾਈ ਹੈ ਅਤੇ ਮੈਂ ਉੱਪਰੋਂ ਚਲਾ ਗਿਆ ਅਤੇ ਉਹਨਾਂ ਨੇ ਯਾਨੀ ਕਿ ਮੇਰੇ ਵਾਸਤੇ ਵੀ ਹੋਰ ਚਾਹ ਮੰਗਾ ਲੈਂਦੇ ਸੀ, ਯਾਨੀ ਕਿ ਇੰਨਾ ਪਿਆਰ ਕਰਦੇ ਸੀ ਮੇਰੇ ਨਾਲ। ਅਤੇ ਮੈਂ ਕਿਹਾ ਯਾਰ 500-400 ਦੀ ਕਿਹੜੀ ਗੱਲ ਹੈ? ਅਗਰ ਅੱਜ ਰਲ ਕੇ ਖਾਧਾ ਨਾ 500 ਦੀ, ਅਗਰ 5 ਜਣਿਆਂ ਨੇ ਖਾਧੀ ਤਾਂ ਮੈਂ ਕਿਹਾ 100 ਦੀ ਤਾਂ ਆਪਾਂ ਖਾ ਕੇ ਬਾਕੀ 300 ਵਿਚਾਰਿਆਂ ਨੂੰ ਬਚਾ। ਅਤੇ ਮੈਂ ਕਿਹਾ ਯਾਰ ਜ਼ਿੰਦਗੀ 'ਚ ਪਤਾ ਨਹੀਂ ਕਦੋਂ ਅਤੇ ਕਿੱਥੇ ਮੁਲਾਕਾਤ ਹੋਣੀ ਇਹਨਾਂ ਨਾਲ, ਅਤੇ ਇਹ ਯਾਦ ਹੀ ਰਹਿ ਜਾ ਸੀ। ਚਲੋ ਇਸੇ ਬਹਾਨੇ ਯਾਦ ਹੀ ਕਰ ਲਿਆ ਕਰਨਗੇ। ਔਰ ਉਹ ਵਾਕਿਆ ਹੀ ਹੋਇਆ ਕਿ ਤਕਰੀਬਨ ਉਹਨੂੰ 18 ਸਾਲ ਬਾਅਦ ਮੈਂ ਇੱਕ ਦਿਨ ਬਾਜ਼ਾਰ 'ਚ ਆਪਣੇ ਸ਼ਹਿਰ 'ਚ ਜਾ ਰਿਹਾ ਸੀ ਅਤੇ ਮੈਨੂੰ ਉਹੀ ਕਲਰਕ ਨੇ ਮੈਨੂੰ ਕਿਧਰੇ ਦੇਖ ਰਿਹਾ, ਮੈਂ ਰਸ਼ ਬੜਾ ਸੀ ਅਤੇ ਮੈਂ ਬਾਈਕ 'ਤੇ ਜਾ ਰਿਹਾ ਸੀ ਅਤੇ ਉਹਨਾਂ ਨੇ ਪਿੱਛੋਂ ਮੈਨੂੰ ਆਵਾਜ਼ ਦਿੱਤੀ ਅਤੇ ਉਹ ਆਜ਼ਾਦ ਦੇ ਨਾਲ ਇੱਕ ਪਿਆਰ ਨਾਲ ਮੈਨੂੰ ਹੋਰ ਵੀ ਬੁਲਾਉਂਦੇ ਸਨ ਨਿਕਨੇਮ। ਅਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਅਤੇ ਮੈਂ ਬ੍ਰੇਕ ਲਈ, ਮੈਨੂੰ ਆਵਾਜ਼ ਲੱਗੀ, ਮੈਂ ਕਿਹਾ ਜਵੇਦ ਸਾਹਿਬ ਦੀ ਲੱਗਦੀ। ਉਹ ਉੱਥੇ ਬਾਜ਼ਾਰ ਦੇ ਵਿੱਚ ਯਕੀਨ ਕਰੋ ਕਿ ਉੱਠਣ 'ਤੇ ਦਿਲ ਨਾ ਕਰੇ। ਉਹ ਜ਼ਾਹਿਰ ਹੈ ਕਿ ਬੁੱਢੇ ਹੋਏ ਪਏ ਹਨ ਮਾਸ਼ਾਅੱਲਾ, ਲੇਕਿਨ ਕਮਜ਼ੋਰ ਵੀ। ਅਤੇ ਉਹ ਗੱਲਾਂ ਯਾਦ ਕਰ ਕਰਕੇ ਕਹਿੰਦਾ ਯਾਰ ਤੇਰੀ ਦਾਵਤ ਨਹੀਂ ਭੁੱਲਦੀ, ਤੇਰੇ 500 ਨਹੀਂ ਭੁੱਲਦਾ। ਅਤੇ ਵੇਖੋ ਮੈਂ ਦਿੱਲੀ ਸੋਚਿਆ ਕਿ 500 ਦਾ ਕਮਾਲ ਦੇਖੋ ਯਾਰ, 500 ਮੈਂ ਕਿੰਨੇ ਕੁ ਦਿਨ ਇਸਤੇਮਾਲ ਕਰਨਾ ਸੀ, ਲੇਕਿਨ ਉੱਥੇ ਦੋਸਤਾਂ ਨੇ ਖਾ ਲਿਆ ਅਤੇ ਅੱਜ ਤੱਕ ਉਹਨਾਂ ਨੂੰ ਯਾਦ ਹੈ। ਔਰ ਉਹ ਨਾਲ ਮੈਨੂੰ ਕਹਿ ਰਹੇ ਸੀ ਯਾਰ ਉਹ ਫਲਾਂ ਕਲਰਕ ਵੀ ਤੈਨੂੰ ਬੜਾ ਯਾਦ ਕਰਦਾ, ਫਲਾਂ ਵੀ ਇੱਕ ਵਾਰੀ ਚੱਕਰ ਲਾਜ਼ਮੀ ਲਗਾਈ ਯਾਰ। ਮੈਂ ਫਿਰ ਸਪੈਸ਼ਲ ਗਿਆ ਆਪਣੇ ਕਾਲਜ, ਆਪਣੇ ਸਾਰੇ ਦੋਸਤਾਂ ਨੂੰ ਮਿਲਿਆ। ਮਤਲਬ ਕਿ ਇਹ ਚੀਜ਼ਾਂ ਜ਼ਿੰਦਗੀ ਦੀਆਂ ਹੁੰਦੀਆਂ ਨੇ कि ज़िंदगी दी खूबसूरतियाँ। मैं बड़ा वैसी फैज़ल साहब दा आए तो यूं जैसे हमेशा ते मेहरबान, भूले तो यूं कि गोया कभी आशना ना थे। मतलब कि जो लिंक ख़त्म हो गया कोई ज़िंदगी च आंदा है ना। मैं एक ऑब्जर्व कर रहा सी अज ना, मैं आंदे आंदे रस्ते सोच रहा सी कि मुहब्बत जिहड़ी है जिन्हों असी मुहब्बत जैनवन समझने हैं, मुहब्बत भी एक फसल की तरह है। ਜਦੋਂ ਮੁਹੱਬਤ ਸਟਾਰਟ ਜਿਸ ਤਰ੍ਹਾਂ ਅਸੀਂ ਕੋਈ ਫਸਲ ਬੀਜਨੇ ਆ ਨਾ ਅਤੇ ਉਹ ਜਦੋਂ ਸਬਜ਼ ਛੋਟੀ ਛੋਟੀ ਹੁੰਦੀ ਹੈ, ਗੰਦਮ ਹੋ ਗਿਆ, ਮੂੰਜੀ ਹੋ ਗਈ, ਅਤੇ ਜਦੋਂ ਸਬਜ਼ ਲਹਿਰਾ ਰਹੀ ਹੁੰਦੀ ਹੈ ਨਾ ਤਾਂ ਉਹਨਾਂ ਨੂੰ ਦੇਖ ਕੇ ਜਿਹੜੀ ਖੁਸ਼ੀ ਫੀਲ ਹੁੰਦੀ ਨਾ, ਜਦੋਂ ਨਵੀਂ ਨਵੀਂ ਬੰਦੇ ਨੂੰ ਮੁਹੱਬਤ ਹੁੰਦੀ, ਨਵਾਂ ਕੋਈ ਅੱਛਾ ਲੱਗਦਾ ਕਿਸੇ ਨੂੰ, ਤਾਂ ਉਦੋਂ ਇਹ ਫੀਲਿੰਗ ਹੀ ਹੁੰਦੀ ਹੈ ਮਤਲਬ ਕਿ ਲਹਿਰਾ ਰਿਹਾ ਹੁੰਦਾ, ਹਰ ਚੀਜ਼ ਖੂਬਸੂਰਤ ਲੱਗ ਰਹੀ ਹੁੰਦੀ ਹੈ ਔਰ ਬੜੀ ਪਿਆਰੀ ਲੱਗ ਰਹੀ ਹੁੰਦੀ ਹੈ। ਉਹਨੂੰ ਧੁੱਪ ਵੀ ਅੱਛੀ ਲੱਗ ਰਹੀ ਹੁੰਦੀ, ਉਹਨੂੰ ਛਾਂ ਵੀ ਅੱਛੀ ਲੱਗ ਰਹੀ ਹੁੰਦੀ, ਉਹਨੂੰ ਅੰਧੇਰਾ ਵੀ ਅੱਛਾ ਲੱਗ ਰਿਹਾ ਹੁੰਦਾ, ਉਹਨੂੰ ਰੋਸ਼ਨੀ ਵੀ ਅੱਛੀ ਲੱਗ ਰਹੀ ਹੁੰਦੀ। ਉਹਨੂੰ ਇੱਕ ਅਜੀਬ ਜੀ ਖੁਸ਼ੀ ਅੰਦਰ ਅਜੀਬ ਜੀ ਤਬੀਅਤ 'ਚ ਹੁੰਦੀ ਹੈ ਜਦੋਂ ਨਵੀਂ ਨਵੀਂ ਮੁਹੱਬਤ ਜਾਂ ਨਵਾਂ ਕਿ ਅੱਛਾ ਲੱਗ ਜਾਵੇ। ਅਤੇ ਉਸੇ ਤਰ੍ਹਾਂ ਫਿਰ ਜਦੋਂ ਅੱਗੇ ਮਾਮਲਾਤ ਆਉਂਦੇ ਨੇ ਕੁਝ ਅਰਸੇ ਬਾਅਦ ਔਰ ਮੁਹੱਬਤ ਦੀ ਫਸਲ ਪੱਕਦੀ ਉਦੋਂ ਹੈ ਕਿਉਂਕਿ ਮੁਹੱਬਤ ਦਾ ਮਿਲਾਪ ਨਾਲ ਤਾਂ ਕੋਈ ਲਿੰਕ ਹੀ ਕੋਈ ਨਹੀਂ। ਮੈਂ ਪਹਿਲੇ ਤੁਹਾਨੂੰ ਐਕਸਪਲੇਨ ਕਰ ਚੁੱਕਿਆ ਕਿ ਮੁਹੱਬਤ ਹੀ ਹੈ, ਭਾਵੇਂ ਕੋਈ ਤੁਹਾਡੇ ਨਾਲ ਹੈ ਜਾਂ ਭਾਵੇਂ ਤੁਹਾਡੇ ਤੋਂ ਦੂਰ ਹੈ, ਤੁਸੀਂ ਕਿੱਥੇ ਜੀ ਹੋ ਕਿੱਥੇ ਨੇ, ਲੇਕਿਨ ਮੁਹੱਬਤ ਰਿਸਪੈਕਟ ਇੱਜ਼ਤ ਦਾ ਨਾਂ ਹੈ ਨਾ, ਉਹ ਤੁਸੀਂ ਜਦੋਂ ਦਿਓਗੇ ਤਾਂ ਜਿੱਥੇ ਵੀ ਹੈ ਭਾਵੇਂ ਤੁਹਾਡਾ ਰਾਬਤਾ ਨਹੀਂ ਵੀ, ਲੇਕਿਨ ਮੁਹੱਬਤ ਜਿਹੜੀ ਉਹ ख़त्म नहीं हो सकती। ਜਿਹਨੂੰ ਇਹ ਰੋਗ ਲੱਗ ਗਿਆ ਨਾ ਉਹ ਬਸ ਉਹਨੂੰ ਫਿਰ ਲੱਗ ਹੀ ਗਿਆ। ਔਰ ਇਸੇ ਵਾਲੇ ਨਾਲ फैज़ साहब लिखते हैं कि तन्हाई डस रही है मुझे, दर्द के बादलों ने घेरा है, तन्हाई डस रही है मुझे, दर्द के बादलों ने घेरा है, लो चिरागों की तेज तर कर दो, शहर दिल में बड़ा अंधेरा। फैज़ साहब ਦੀ ਸ਼ਾਇਰੀ ਦੇ ਹਾਲੇ ਨਾਲ ਗੱਲ ਕਰ ਰਿਹਾ ਸੀ ਔਰ ਉਹਨਾਂ ਦੀ ਸ਼ਾਇਰੀ, ਉਹਨਾਂ ਦੇ ਅੰਦਾਜ਼, ਉਹਨਾਂ ਦੇ ਕਾਰਨਾਮੇ ਜੋ ਉਹਨਾਂ ਨੇ ਵੱਡੇ ਵੱਡੇ ਕੰਮ ਕੀਤੇ ਦੁਨੀਆ 'ਤੇ ਰਹਿ ਕੇ, ਉਹ ਸਾਰੇ ਤੁਹਾਡੇ ਨਾਲ ਸ਼ੇਅਰ ਕੀਤੇ। ਔਰ ਮੈਂ ਦੱਸ ਰਿਹਾ ਸੀ ਕਿ ਉਹਨਾਂ ਨੇ ਮਤਲਬ ਕਿ ਸ਼ਾਇਰ ਤਾਂ ਹੈਗੇ ਸੀ, ਉਸ ਤੋਂ ਇਲਾਵਾ ਯਾਨੀ ਕਿ ਉਹ ਲੈਕਚਰਾਰ ਸੀ, ਕਾਲਜਾਂ 'ਚ ਪੜ੍ਹਾਉਂਦੇ ਰਹੇ, ਪਾਕ ਆਰਮੀ 'ਚ ਫਰੈਜ਼ ਅੰਜਾਮ ਦਿੱਤੇ ਔਰ
ਦੁਨੀਆ ਦੇ ਕੋਨੇ-ਕੋਨੇ ਤੱਕ ਉਹਨਾਂ ਦਾ ਕਲਾਮ ਪਹੁੰਚਿਆ ਔਰ ਉਹ ਕਲਾਮ ਪਹੁੰਚਾਉਂਦੇ। ਅਸੀਂ ਜਨਾਬ ਗੱਲ ਕਰ ਰਹੇ ਸੀ ਫੈਜ਼ ਅਹਿਮਦ ਫੈਜ਼ ਸਾਹਿਬ ਦੀ ਸ਼ਾਇਰੀ ਦੇ ਹਵਾਲੇ ਨਾਲ, ਔਰ ਜਿਸ ਤਰ੍ਹਾਂ ਮੈਂ ਸਟਾਰਟ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਕਿ ਫੈਜ਼ ਅਹਿਮਦ ਫੈਜ਼ ਸਾਹਿਬ ਦੀ ਤਾਰੀਖ ਪੈਦਾਇਸ਼ ਜਿਹੜੀ ਸੀ 13 ਫਰਵਰੀ 1911 'ਚ ਪੈਦਾ ਹੈ ਸਿਆਲਕੋਟ ਦੇ ਵਿੱਚ, ਔਰ ਉਹਨਾਂ ਦੇ ਵਾਲਦ ਸਾਹਿਬ ਦਾ ਨਾਮ ਸੁਲਤਾਨ ਮੁਹੰਮਦ ਖਾਨ ਸਾਹਿਬ ਸੀ, ਵਕੀਲ ਸਨ, ਔਰ ਬਹੁਤ ਸਾਰਾ ਉਹਨਾਂ ਨੇ ਕੰਮ ਕੀਤਾ, ਔਰ ਉਸ ਤੋਂ ਬਾਅਦ 20 ਨਵੰਬਰ 1984 'ਚ ਉਹ ਇਸ ਦੁਨੀਆ 'ਤੇ ਕੂਚ ਕਰ ਗਏ, ਔਰ ਉਹ ਤੇ ਦੁਨੀਆ 'ਤੇ ਮੌਜੂਦ ਨਹੀਂ ਨੇ, ਲੇਕਿਨ ਉਹਨਾਂ ਦੇ ਕਲਾਮ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਆਵਾਜ਼, ਉਹਨਾਂ ਦੇ ਇੰਟਰਵਿਊ, ਸਾਰੇ ਕੁਝ ਸਾਡੇ ਕੋਲ ਸਿੱਖਣ ਵਾਸਤੇ ਉਹਨਾਂ ਦਾ ਬਹੁਤ ਸਾਰਾ ਕਲਾਮ ਮੌਜੂਦ ਹੈ, ਜਿਹਦੇ ਤੋਂ ਅਸੀਂ ਬਹੁਤ ਕੁਝ ਸਿੱਖ ਸਕਨੇ ਹਾਂ, ਬਹੁਤ ਕੁਝ ਆਪਣੇ ਅੰਦਰ ਯਾਨੀ ਕਿ ਆਪਣੇ ਅੰਦਰ ਨੂੰ ਰੋਸ਼ਨ ਕਰ ਸਕਨੇ ਹਾਂ, ਕਿਉਂਕਿ ਫੈਜ਼ ਅਹਿਮਦ ਫੈਜ਼ ਸਾਹਿਬ ਦੀ ਸ਼ਾਇਰੀ ਨੋ ਡਾਊਟ ਕਿ ਬਾਕਮਾਲ ਸ਼ਾਇਰੀ, ਬਾਕਮਾਲ ਉਹਨਾਂ ਦੇ ਕਲਾਮ, ਔਰ ਬਾਕੀ ਤਫਸੀਲ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਮੈਂ ਸਾਰਾ ਕੁਝ ਦੱਸਿਆ ਹੀ। ਮੈਂ ਇਨਸ਼ਾ ਅੱਲਾਹ ਤਾਲਾ ਤੁਹਾਡੇ ਨਾਲ ਮਿਲਾਂਗਾ ਅਗਲੇ ਹਫਤੇ ਦੀ ਸ਼ਾਮ 6 ਤੋਂ ਲੈ ਕੇ 8 ਵਜੇ ਤੱਕ। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਆਪਣੀਆਂ ਦੁਆਵਾਂ ਜੀ ਯਾਦ ਰੱਖਣਾ। ਅੱਲਾ ਨਿਗਹਿਬਾਨ, ਤੇਰਾ ਰੱਬ ਰੱਖਾ।